ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ, ਜੋ ਕਿ ਤੁਹਾਨੂੰ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਵੇਂ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨ, ਸਟੂਡੈਂਟ ਵੀਜ਼ਾ ਐਕਸਟੈਂਸ਼ਨ, GNC, ਫੈਮਿਲੀ ਵੀਜ਼ਾ, ਬਿਜ਼ਨਸ ਵੀਜ਼ਾ, ਐਮਪਲੋਇਮੈਂਟ ਸਪਾਂਸਰ ਵੀਜ਼ਾ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਵਿੱਚ ਮਾਈਗ੍ਰੇਟ ਹੋਣਾ ਚਾਹੁੰਦੇ ਹੋ ਤੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਕਾਲ ਕਰੋ 039 602 1330. They're expert in MRT, AAT cases. ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਵਾਤੀ ਵਿਵੇਕ ਤੇ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਇਮੀਗ੍ਰੇਸ਼ਨ ਫॉर ਯੂ ਤੇ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਤੇ ਤੰਦਰੁਸਤ ਹੋਵੋਗੇ। ਜਿਵੇਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਬਾਂਸਲ ਇਮੀਗ੍ਰੇਸ਼ਨ ਜਿਹੜਾ ਇੰਟਰਵਿਊ ਪ੍ਰੋਗਰਾਮ ਹੈ ਹਮੇਸ਼ਾ 7:30 ਸ਼ੁਰੂ ਹੁੰਦਾ ਹੈ ਤੇ ਕੋਇਨਸੀਡੈਂਟ ਦੀ ਗੱਲ ਇਹ ਵੀ ਹੈ ਕਿ ਅੱਜ ਜਿਹੜਾ ਕਿਸਾਨਾਂ ਦਾ ਸਮਰਥਨ ਦੀ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਜਿਹੜੇ ਕਿਸਾਨ ਨੇ, ਸਾਰੇ ਲੋਕ, ਸਾਰਾ ਵਰਲਡ ਹੀ ਕਹਿ ਲਓ, ਪੰਜਾਬ ਜਿਹੜਾ ਆ ਧਰਨੇ ਦੇ ਵਿੱਚ ਬੈਠਾ ਹੈ, ਚਾਹੁੰਦੇ ਆ ਕਿ ਜਿਹੜਾ ਸਮਰਥਨ ਆ ਉਹ ਕਿਸਾਨਾਂ ਦੇ ਹਿੱਤ ਵਿੱਚ ਹੋਵੇ। ਸੋ 2 ਵਜੇ ਜਿਹੜੀ ਆ ਉਸ ਜਿਹੜਾ ਇੰਡੀਆ ਦਾ ਟਾਈਮ ਕਹਿ ਲਓ ਕਿ 2 ਵਜੇ ਇੰਡੀਆ ਦੇ ਟਾਈਮ ਦੇ ਹਿਸਾਬ ਦੇ ਨਾਲ ਰੈਲੀ ਜਿਹੜੀ ਚੱਲ ਰਹੀ ਹੈ ਕਿਸਾਨਾਂ ਦੇ ਸਮਰਥਨ ਦੇ ਵਿੱਚ, ਜਿਹੜੀ ਮੀਟਿੰਗ ਹੈ ਉਹ ਸਰਕਾਰ ਦੇ ਨਾਲ ਹੋ ਰਹੀ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਜਿਹੜਾ ਸਮਰਥਨ ਹੈ ਉਹ ਪੂਰਾ ਕਿਸਾਨਾਂ, ਸਾਡੇ ਜਿਹੜੇ ਕਿਸਾਨ ਭਾਈ ਬੈਠੇ ਨੇ ਉਹਨਾਂ ਦੇ ਵੱਲ ਜਾਵੇ। ਸੋ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਬਾਂਸਲ ਇਮੀਗ੍ਰੇਸ਼ਨ ਤੋਂ ਅਜੇ ਬਾਂਸਲ ਜੀ ਦੇ ਨਾਲ, ਉਹਨਾਂ ਦੇ ਵੀ ਵਿਊ ਪੁੱਛਦੇ ਹਾਂ ਕਿ ਉਹ ਕੀ ਕਹਿੰਦੇ ਨੇ, ਕੀ ਸੋਚਦੇ ਨੇ ਇਹ ਜਿਹੜਾ ਸੰਗਠਨ ਚੱਲ ਰਿਹਾ, ਕਿਸਾਨੀ ਮੋਰਚਾ ਚੱਲ ਰਿਹਾ, ਉਹਦੇ ਬਾਰੇ ਜੀ। ਅਜੇ ਜੀ। ਹਾਂਜੀ ਸਵਾਤੀ ਜੀ, ਨਹੀਂ ਮੁੱਦਾ ਹੀ ਬਹੁਤ ਜ਼ਿਆਦਾ ਭਾਵੁਕ ਆ ਜੀ। ਅੰਡਰਸਟੈਂਡ ਕੋਈ ਵੀ ਮੈਨੂੰ ਲੱਗਦਾ ਜਦੋਂ ਵੀ ਇਹਦੇ ਬਾਰੇ ਗੱਲ ਹੁੰਦੀ ਹੈ ਜੀ ਜ਼ਰੂਰ ਕਿਤੇ ਨਾ ਕਿਤੇ, ਕਿਉਂਕਿ ਅਸੀਂ ਭਾਵੇਂ ਆਪ ਖੇਤੀ ਨਹੀਂ ਕਰਦੇ ਪਰ ਸਾਡੇ ਪੁਰਖੇ ਜਾਂ ਸਾਡੇ ਜਿਹੜੇ ਮਾਂ ਪਿਓ ਰਿਸ਼ਤੇਦਾਰ ਕਿਸੇ ਨਾ ਕਿਸੇ ਪਾਸਿਓਂ ਇਹ ਖੇਤੀਬਾੜੀ ਦੇ ਨਾਲ ਜੁੜੇ ਹੋਏ ਨੇ ਤੇ ਜਿਹੜੇ ਨਵੇਂ ਕਾਨੂੰਨ ਆਏ ਨੇ, ਠੀਕ ਹੈ ਜੀ, ਉਹਦੇ ਨਾਲ ਇਕੱਲੇ ਕਿਸਾਨਾਂ ਨੂੰ ਨਹੀਂ, ਇਕੱਲੇ ਆੜਤੀਏ ਜਿਹੜੇ ਕਿ ਸਪੈਸ਼ਲੀ ਜਿਹੜੇ ਸਾਡੇ ਮਤਲਬ ਕਿ ਵੀ ਸਾਡੇ ਬਹੁਤੇ ਰਿਸ਼ਤੇਦਾਰ ਮਿਲ ਕੇ ਆੜਤੀ ਵੀ ਨੇ, ਹਰ ਇੱਕ ਬੰਦੇ ਨੂੰ ਫਰਕ ਪੈ ਰਿਹਾ ਜੀ। ਤੇ ਫਰਕ ਵੀ ਇੰਨਾ ਪੈ ਰਿਹਾ ਕਿ ਵਿਜ਼ੀਬਲੀ ਮਤਲਬ ਕਿ ਆਪਾਂ ਨੂੰ ਪਤਾ ਲੱਗ ਰਿਹਾ ਵੀ ਨਤੀਜਾ ਦਾ ਕੀ ਹੋਣ ਵਾਲਾ, ਤੇ ਉਸੇ ਨਤੀਜੇ ਨੂੰ ਲੈ ਕੇ ਜਿਹੜੇ ਕਿਸਾਨ ਨੇ, ਮੇਰੇ ਖਿਆਲ ਕਿਸਾਨ ਇਕੱਲੇ ਨਹੀਂ ਹੈਗੇ ਜੀ, ਕਿਸਾਨ ਦੇ ਨਾਲ ਆੜਤੀਏ ਵੀ ਨੇ, ਮਜ਼ਦੂਰ ਵੀ ਨੇ, ਸਾਰੇ ਹੀ ਇਸ ਪ੍ਰੋਟੈਸਟ ਵਿੱਚ ਲੱਗੇ ਹੋਏ ਨੇ ਕਿ ਇਹਨਾਂ ਕਾਨੂੰਨਾਂ ਨੂੰ, ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਬਿਲਕੁਲ ਜੀ, ਵੀ ਆਲਵੇਜ਼ ਸਟੈਂਡ ਵਿਦ ਲਾਈਕ ਵੀ ਸਟੈਂਡ ਵਿਦ ਫਾਰਮਰ ਜੀ। ਡੈਫੀਨਿਟਲੀ ਅਸੀਂ ਸਰਕਾਰ ਦੇ ਵੀ ਅਗੇਂਸਟ ਹਾਂ, ਕਿਉਂਕਿ ਇਹ ਕਾਨੂੰਨ ਕਿਸੇ ਵੀ ਤਰੀਕੇ ਨਾਲ ਕਿਸਾਨਾਂ ਦੇ ਜਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਹੋ ਸਕਦੇ। ਇੱਕ ਬੇਸਿਕ ਬੁਨਿਆਦੀ ਜਿਹੜਾ ਢਾਂਚਾ, ਜਿਹੜਾ ਕਿ ਸਿਸਟਮ ਇੰਨੇ ਸਾਲਾਂ ਤੋਂ ਚੱਲ ਰਿਹਾ ਜੀ, ਉਹਨੂੰ ਖਤਮ ਕਰਨ ਦੀ ਸਾਜ਼ਿਸ਼ ਆ ਜੀ। ਕੋਈ ਪੰਜਾਬ 'ਚ ਖੁਦਕੁਸ਼ੀਆਂ ਨਹੀਂ ਹੋ ਰਹੀਆਂ। ਜ਼ਰੂਰ ਦੇਖੋ ਡਾਮੀਟਲੀ ਘਟਨਾ ਤਾਂ ਕਿਸੇ ਵੀ ਹੁੰਦੀ ਰਹਿੰਦੀ ਹੈ, ਪਰ ਪੰਜਾਬ ਦੇ ਵਿੱਚ ਜਿਹੜਾ ਸਿਸਟਮ ਹੈ, ਜਿਹੜਾ ਹੁਣ ਤੱਕ ਹੈਗਾ, MSP ਹੈਗੀ ਆ, ਤਾਂ ਜਿਹੜਾ ਆੜਤੀ ਸਿਸਟਮ ਹੈ, ਸਾਰਾ ਕੁਝ ਵਧੀਆ ਚੱਲ ਰਿਹਾ, ਤਾਂ ਉਹਨੂੰ ਖਰਾਬ ਕਰਨ ਦੇ ਲਈ ਸਿਰਫ ਇੱਕ ਵੱਡੇ ਪੂੰਜੀਪਤੀਆਂ ਨੂੰ ਫਾਇਦਾ ਦੇਣ ਦੇ ਲਈ ਇਹ ਕਾਨੂੰਨ ਬਣਾਏ ਗਏ ਨੇ ਤੇ ਅਸੀਂ ਕਹਿੰਦੇ ਰੱਦ ਹੋਣੇ ਚਾਹੀਦੇ ਨੇ ਜੀ। ਬਿਲਕੁਲ, ਤੇ ਉਮੀਦ ਕਰਦੀ ਹਾਂ ਕਿ ਜ਼ਰੂਰ ਕੋਈ ਸਿੱਟਾ, ਕੋਈ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆਏਗੀ ਜਿਹੜਾ ਸਮਰਥਨ ਕਿਸਾਨਾਂ ਦੇ ਹੱਕ ਵਿੱਚ ਹੋਵੇਗਾ। ਸੋ ਇਹ ਸੀਗਾ, ਅਸੀਂ ਗੱਲਬਾਤ ਕੀਤੀ ਕਿਸਾਨੀ ਜਿਹੜਾ ਭਾਈਚਾਰੇ ਦੀ ਜਿਹੜੀ ਮੀਟਿੰਗ ਆ ਉਹ ਜਿਹੜੀ ਅੱਜ ਹੋ ਰਹੀ ਹੈ ਤੇ ਉਹਦੇ ਕੀ ਜਿਹੜਾ ਸਿੱਟਾ ਨਿਕਲ ਕੇ ਆਊਗਾ ਉਹਦੇ ਬਾਰੇ ਵੀ ਅਸੀਂ ਅੱਗੇ ਗੱਲ ਕਰਾਂਗੇ। ਸੋ ਐਜ਼ ਯੂਜੂਅਲ ਅਸੀਂ ਬਾਂਸਲ ਇਮੀਗ੍ਰੇਸ਼ਨ ਦੇ ਨਾਲ ਹਮੇਸ਼ਾ ਨਵੇਂ ਮੁੱਦਿਆਂ ਤੇ ਗੱਲ ਕਰਦੇ ਹਾਂ। ਸੋ ਅੱਜ ਵੀ ਅਸੀਂ ਗੱਲ ਕਰਾਂਗੇ ਇਮੀਗ੍ਰੇਸ਼ਨ ਦੇ ਨਵੇਂ ਜਿਹੜੇ ਅਪਡੇਟਸ ਬਾਰੇ ਅਜੇ ਬਾਂਸਲ ਜੀ ਦੇ ਨਾਲ। ਸੋ ਅਜੇ ਬਾਂਸਲ ਜੀ ਦੇ ਨਾਲ ਪ੍ਰੋਗਰਾਮ ਦੇ ਜਿਹੜੀ ਥਰੂ ਆਊਟ ਗੱਲ ਜਿਹੜੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਵਾਉਣਾ ਚਾਹੁੰਦੀ ਹਾਂ ਇੱਕ ਨਵੇਂ ਗੈਸਟ ਦੇ ਨਾਲ। ਜੀ ਹਾਂ, ਜਿਹੜੇ ਗੈਸਟ ਨੇ ਉਹ ਬਾਂਸਲ ਇਮੀਗ੍ਰੇਸ਼ਨ ਤੋਂ ਨੇ, ਪਰ ਉਹ ਮੈਲਬਨ ਤੋਂ ਨਹੀਂ, ਐਡੀਲੇਡ ਤੋਂ ਨੇ। ਸੋ ਉਹਨਾਂ ਦਾ ਸਭ ਤੋਂ ਪਹਿਲਾਂ ਅਸੀਂ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵਿਜੇ ਜੀ, ਤੇ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਜੀ। ਵਧੀਆ ਜੀ। ਦੈਟਸ ਗੁੱਡ। ਸੋ ਮੈਂ ਜਿਹੜਾ ਜਾਣਨਾ ਚਾਹੂੰਗੀ ਕਿ ਮੈਲਬਨ ਦੇ ਵਿੱਚ ਹਮੇਸ਼ਾ ਅਸੀਂ ਜਿਹੜੀਆਂ ਅਪਡੇਟਸ ਨੇ ਉਹ ਅਰੁਣ ਬਾਂਸਲ ਜੀ ਤੇ ਅਜੇ ਬਾਂਸਲ ਜੀ ਤੋਂ ਹਮੇਸ਼ਾ ਲੈਂਦੇ ਆਏ ਹਾਂ। ਸੋ ਅੱਜ ਅਸੀਂ ਜਾਣਾਂਗੇ ਐਡੀਲੇਡ ਦੇ ਬਾਂਸਲ ਇਮੀਗ੍ਰੇਸ਼ਨ ਜਿਹੜਾ ਆਫਿਸ ਐਡੀਲੇਡ ਦੇ ਵਿੱਚ ਹੈ ਉਹਦੇ ਬਾਰੇ, ਕਿ ਉਹਦੇ ਵਿੱਚ ਕੀ ਜਿਹੜੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜੀ। ਐਡੀਲੇਡ ਦੇ ਵਿੱਚ ਅਸੀਂ ਜੀ ਐਜੂਕੇਸ਼ਨ ਨਾਲ ਰਿਲੇਟਡ, ਮਾਈਗ੍ਰੇਸ਼ਨ ਨਾਲ ਰਿਲੇਟਡ, AAT, ਕੈਨੇਡਾ ਵੀਜ਼ਾ, ਹਰ ਤਰ੍ਹਾਂ ਦੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਜੀ। ਬਿਲਕੁਲ ਜੀ। ਤੇ ਇੱਕ ਹੋਰ ਗੱਲ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਲਾਸਟ ਟਾਈਮ ਜਦੋਂ ਅਸੀਂ ਪ੍ਰੋਗਰਾਮ ਮੈਂ ਜਦੋਂ ਕੀਤਾ ਸੀਗਾ ਤੇ ਉਸ ਵਿੱਚ ਅਸੀਂ ਇਹ ਕਿਹਾ ਸੀਗਾ ਕਿ ਅਜੇ ਜੀ ਐਡੀਲੇਡ ਦੇ ਵਿੱਚ ਜਿਹੜਾ ਫਰਾਈਡੇ ਤੇ ਸੈਟਰਡੇ ਉੱਥੇ ਹੋਣਗੇ ਤੇ ਜਿਹੜੇ ਜਾਣਗੇ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਵੀ ਪ੍ਰੋਵਾਈਡ ਕੀਤੀ ਜਾਊਗੀ। ਮੈਨੂੰ ਪਤਾ ਹੈ ਕਿ ਬਾਂਸਲ ਇਮੀਗ੍ਰੇਸ਼ਨ ਬਹੁਤ ਬਿਜ਼ੀ ਰਹਿੰਦਾ, ਈਵਨ ਕਿ ਤੁਸੀਂ ਮੈਲਬਨ ਦੇ ਆਫਿਸ ਤੇ ਵੀ ਚਲੇ ਜਾਓ, ਹਮੇਸ਼ਾ ਬਿਜ਼ੀ ਰਹਿੰਦੇ ਨੇ ਤੇ ਹੋਪਫੁਲੀ ਮੈਂ ਉਮੀਦ ਕਰਦੀ ਹਾਂ ਕਿ ਉੱਥੇ ਵੀ ਕਾਫੀ ਬਿਜ਼ੀ ਮਾਹੌਲ ਰਿਹਾ ਹੋਊਗਾ। ਹਾਂਜੀ, ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਤੇ ਅਜੇ ਜੀ ਦੇ ਰਿਗਾਰਡਿੰਗ ਲਾਈਕ ਫਰਾਈਡੇ ਐਂਡ ਸੈਟਰਡੇ ਕਾਫੀ ਬੁਕਿੰਗਸ ਅਵੇਲੇਬਲ ਸੀ ਜੀ, ਤੇ ਉਹਨਾਂ ਨੂੰ ਲਾਈਕ
ਪ੍ਰੋਪਰ ਟਾਈਮ ਵੀ ਨਹੀਂ ਮਿਲ ਪਾਇਆ ਸੀਗਾ ਕਲਾਇੰਟਸ ਨਾਲ ਮਿਲਣ ਦੇ ਲਈ। ਜੀ ਮੇਰੀ ਹੋਰ ਵੀ ਕੁਐਰੀਜ਼ ਹੈਗੀਆਂ ਆ ਇਹਦੇ ਰਿਗਾਰਡਿੰਗ, ਪਰ ਇਸ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਜੇ ਤੁਸੀਂ ਸਾਡੀ ਆਡੀਅנס ਨੂੰ ਪੂਰਾ ਐਡਰੈਸ, ਟਾਈਮਿੰਗ ਵਗੈਰਾ ਦੱਸੋ, ਤੇ ਜੇ ਉਹਨਾਂ ਨੇ ਕੰਸਲਟ ਕਰਨਾ ਹੋਵੇ ਤਾਂ ਕਿਵੇਂ ਕੰਸਲਟ ਕਰ ਸਕਦੇ ਨੇ ਜੀ। ਐਡੀਲੇਡ ਦੇ ਵਿੱਚ ਜੋ ਵੀ ਸਾਨੂੰ ਵਿਜ਼ਿਟ ਕਰਨਾ ਚਾਹੁੰਦਾ ਸਾਨੂੰ ਵਿਜ਼ਿਟ ਕਰ ਸਕਦਾ ਹੈ ਲੈਵਲ 555 ਗੋਲਰ ਪਲੇਸ ਤੇ। ਅਸੀਂ ਉੱਥੇ ਅਵੇਲੇਬਲ ਹੁੰਦੇ ਹਾਂ ਸਵੇਰੇ 10 ਤੋਂ ਸ਼ਾਮੀ 6 ਵਜੇ ਤੱਕ ਜੀ। ਥੈਂਕ ਯੂ ਤੇ ਜੀ। ਤੁਸੀਂ ਮੈਂ ਸਾਨੂੰ ਕੰਟੈਕਟ ਕਰ ਸਕਦੇ ਹੋ 0400434884 ਤੇ ਜੀ। ਤੇ ਹੁਣ ਮੇਰੀ ਜਿਹੜੀ ਕੁਐਰੀ ਇਹ ਆ ਕਿ ਮੇਰੀ ਇੱਕ ਫਰੈਂਡ ਆ, ਉਹ ਐਡੀਲੇਡ ਦੇ ਵਿੱਚ ਹੀ ਹੈ। ਸੋ ਸ਼ੀ ਵਾਸ ਆਸਕਿੰਗ ਕਿ ਮੈਨੂੰ ਕਿਹੜਾ ਕੰਸਲਟੈਂਟ ਹੈ, ਕਿਹੜੇ ਕੰਸਲਟੈਂਟ ਕੋ ਜਾਣਾ ਚਾਹੀਦਾ ਹੈ ਐਡਵਾਈਸ ਦੇ ਵਾਸਤੇ। ਸੋ ਮੇਰੇ ਕੋਲ ਬਾਂਸਲ ਇਮੀਗ੍ਰੇਸ਼ਨ ਤੋਂ ਅਜੇ ਜੀ ਤੇ ਆਉਂਦੇ ਹੀ ਨੇ, ਪਰ ਹੁਣ ਉਹ ਐਡੀਲੇਡ ਹੈ ਤਾਂ ਉਹ ਪ੍ਰੈਫਰ ਕਰਦੀ ਹੈ ਐਡੀਲੇਡ ਦਾ ਹੀ ਆਫਿਸ। ਤੇ ਜਿਹੜਾ ਉਹਦਾ ਪ੍ਰੋਫੈਸ਼ਨ ਆ ਉਹ ਨਰਸਿੰਗ ਹੀ ਹੈ, ਬਟ ਉਹ ਕਨਫਿਊਜ਼ ਆ ਕਿ ਉਹਨੂੰ ਜਿਹੜਾ ਨਰਸਿੰਗ ਦੇ ਜਿਹੜਾ ਪ੍ਰੋਫੈਸ਼ਨ ਆ ਉੱਥੇ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ, ਫੀਸ ਦਾ ਕੀ ਸਟਰਕਚਰ, ਕੀ ਹਿਸਾਬ ਕਿਤਾਬ ਆ, ਤੇ ਜਿਹੜੀ COE ਹੈ ਮਤਲਬ ਕਿੰਨੇ ਜਿਹੜੀ ਆ ਆਇਲਸ ਕੀ ਰਿਕੁਆਇਰਮੈਂਟ ਆ। ਪਲੀਜ਼ ਜਿਹੜਾ ਥੋੜਾ ਜਿਹਾ ਜੇ ਤੁਸੀਂ ਦੱਸੋ ਤਾਂ ਆਈ ਹੋਪ ਕਿ ਮੇਰੀ ਜਿਹੜੀ ਫਰੈਂਡ ਆ ਪ੍ਰੋਗਰਾਮ ਜ਼ਰੂਰ ਦੇਖ ਰਹੀ ਹੋਏਗੀ ਤੇ ਉਹਨੂੰ ਜਿਹੜੇ ਉਹਦੀ ਕੁਐਰੀਜ਼ ਦੇ ਜਿਹੜੇ ਜਵਾਬ ਆ ਤੁਹਾਡੇ ਤੋਂ ਮਿਲ ਜਾਣਗੇ ਜੀ। ਜ਼ਰੂਰ ਜੀ। ਨਰਸਿੰਗ ਦਾ ਕੋਰਸ ਇੱਕ ਬਹੁਤ ਵਧੀਆ ਕੋਰਸ ਹੈ ਤੇ ਐਡੀਲੇਡ ਦੇ ਵਿੱਚ ਇੱਕ ਪਪੂਲਰ ਕੋਰਸ ਵੀ ਹੈ ਜੀ। ਤੇ ਇਸ ਟਾਈਮ ਨਰਸਿੰਗ ਦੇ ਐਡੀਲੇਡ ਦੇ ਵਿੱਚ ਥਿੰਕ ਐਜੂਕੇਸ਼ਨ, ਇਕੁਅਲਸ ਅਤੇ SCI ਕਾਲਜ ਅਵੇਲੇਬਲ ਹੈ। ਜੀ। ਪਰ ਥੋੜੀ ਗੱਲ ਇਹ ਹੈ ਕਿ ਉਹਨਾਂ ਦੇ ਵਿੱਚ ਸਕੋਰ ਲਾਈਕ ਇਨਟੇਕਸ ਅਵੇਲੇਬਲ ਨਹੀਂ ਹੈਗੇ ਜੀ। ਜੇ ਆਪਾਂ ਇਨਟੇਕ ਦੀ ਗੱਲ ਕਰੀਏ ਤਾਂ ਓਨਲੀ ਨੈਕਸਟ ਈਅਰ ਜੂਨ ਇਨਟੇਕ ਅਵੇਲੇਬਲ ਹੈ SCI ਕਾਲਜ ਦੇ ਵਿੱਚ ਜੀ। ਤੇ ਫੀਸ ਸਟਰਕਚਰ ਹੈ ਨੀਅਰ ਅਬਾਊਟ $25,000 ਤੋਂ ਲੈ ਕੇ $28,000 ਤੱਕ। ਜੀ ਥੈਂਕ ਯੂ ਸੋ ਮੱਚ। ਮੈਂ ਉਮੀਦ ਕਰਦੀ ਹਾਂ ਕਿ ਜਿਹੜੀ ਮੇਰੀ ਫਰੈਂਡ ਆ ਜਿਹਨੇ ਮੈਨੂੰ ਕਾਲ ਕੀਤਾ ਹੈ ਨਰਸਿੰਗ ਦੀ ਜਿਹੜੀ ਪੂਰੀ ਚੀਜ਼ ਦੇ ਬਾਰੇ, ਆਈ ਥਿੰਕ ਉਹਨੂੰ ਜਿਹੜਾ ਔਰ ਕੁਐਰੀ ਦਾ ਜਿਹੜਾ ਆਨਸਰ ਮਿਲ ਗਿਆ ਹੋਵੇਗਾ। ਤੇ ਹੁਣ ਅਸੀਂ ਆਉਂਦੇ ਆ ਅਜੇ ਬਾਂਸਲ ਜੀ ਕੋ ਮੁੜ ਕੇ ਤੇ ਗੱਲਬਾਤ ਕਰਦੇ ਆ ਇਮੀਗ੍ਰੇਸ਼ਨ ਦੇ ਨਵੇਂ ਅਪਡੇਟਸ ਦੇ ਬਾਰੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਵੀ ਇਨਕੁਆਇਰੀ ਆ ਅੱਜ ਦੇ ਇਮੀਗ੍ਰੇਸ਼ਨ ਜਿਹੜੇ ਅਪਡੇਟਸ ਉਹਨਾਂ ਨੂੰ ਲੈ ਕੇ, ਤੇ ਤੁਸੀਂ ਸਾਨੂੰ ਫੇਸਬੁੱਕ ਤੇ ਲਾਈਵ ਜਿਹੜੇ ਮੈਸੇਜ ਆ ਸੈਂਡ ਕਰ ਸਕਦੇ ਹੋ। ਤੇ ਜੇ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੇ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਐਜ਼ ਯੂਜੂਅਲ ਉਹਨਾਂ ਦਾ ਨੰਬਰ ਹੈ ਜੀ 0396021330। ਤੁਸੀਂ ਉਹਨਾਂ ਨਾਲ ਕੰਸਲਟ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਲੱਗਦਾ ਕਿ ਵੀਜ਼ੇ ਰਿਲੇਟਡ ਪ੍ਰੋਬਲਮ ਆ ਤੇ ਤੁਸੀਂ ਉਹਨਾਂ ਦੇ ਨਾਲ ਜਿਹੜਾ ਆ ਆਪਣੀ ਅਪਾਇੰਟਮੈਂਟ ਜਿਹੜੀ ਆ ਬੁੱਕ ਕਰਵਾ ਸਕਦੇ ਹੋ। ਤੇ ਜੀ ਅਜੇ ਜੀ ਅਸੀਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤੇ ਵੈਲਕਮ ਕਰਦੀ ਹਾਂ ਮੈਂ, ਕਿਉਂਕਿ ਕਿਸਾਨੀ ਜਿਹੜਾ ਮੋਰਚਾ ਸੀ ਉਹਦੇ ਬਾਰੇ ਅਸੀਂ ਗੱਲ ਕਰਦੇ, ਮੈਂ ਭੁੱਲ ਗਈ ਥੋੜਾ ਵੈਲਕਮ ਕਰਨਾ। ਸੋ ਵੈਲਕਮ ਜੀ ਤੁਹਾਡਾ ਬਹੁਤ ਬਹੁਤ। ਤੇ ਹਮੇਸ਼ਾ ਦੀ ਤਰ੍ਹਾਂ ਅਸੀਂ ਇਮੀਡੀਏਟ ਤੇ ਜਿਹੜੇ ਆ ਨਵੇਂ ਇਮੀਗ੍ਰੇਸ਼ਨ ਦੇ ਰਿਲੇਟਡ ਜਿਹੜੇ ਨਵੇਂ ਅਪਡੇਟਸ ਆਉਂਦੇ ਨੇ ਅਸੀਂ ਉਹਨਾਂ ਬਾਰੇ ਗੱਲ ਕਰਦੇ ਹਾਂ। ਅੱਜ ਜਿਹੜੇ ਆ ਖਾਸ ਅਪਡੇਟਸ ਜਿਹੜੇ ਆਏ ਨੇ ਐਲੋਕੇਸ਼ਨਸ ਨੂੰ ਲੈ ਕੇ ਕਿ ਕਿਹੜੇ ਆਕੂਪੇਸ਼ਨ ਤੇ ਕਿਹੜੇ ਐਲੋਕੇਸ਼ਨ ਜਿਹੜੇ ਆ ਸਟੇਟਸ ਨੂੰ ਜਿਹੜੇ ਪ੍ਰੋਵਾਈਡ ਕੀਤੇ ਗਏ ਨੇ, ਅਸੀਂ ਜੇ ਉਹਨਾਂ ਬਾਰੇ ਗੱਲ ਕਰੀਏ ਤੇ ਸਟਾਰਟ ਜੇ ਅਸੀਂ ਕਰੀਏ ਵਿਕਟੋਰੀਆ ਤੋਂ ਜੀ। ਪਰ ਸਭ ਤੋਂ ਪਹਿਲਾਂ ਮੇਰੇ ਖਿਆਲ ਨਾਲ ਮੈਂ ਇਦੋਂ ਵੀ ਇੰਪੋਰਟੈਂਟ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਜੀ ਕਿ ਗਵਰਨਮੈਂਟ ਜਿਹੜਾ ਕਿ ਇੰਟਰਨੈਸ਼ਨਲ ਟਰੈਵਲ ਆ ਆਸਟ੍ਰੇਲੀਆ ਆਉਣਾ ਤੇ ਆਸਟ੍ਰੇਲੀਆ ਵਿੱਚ ਆਉਣਾ ਤੇ ਆਸਟ੍ਰੇਲੀਆ ਬਾਹਰ ਜਾਣਾ ਉਹਨੂੰ ਸ਼ੁਰੂ ਕਰਨ ਬਾਰੇ ਸੋਚ ਰਹੀ ਹੈ ਜੀ। ਤਾਂ ਆਪਾਂ ਦੇਖ ਰਹੇ ਹਾਂ ਵੀ ਸ਼ਾਇਦ ਮਾਰਚ ਅਪ੍ਰੈਲ ਦੇ ਵਿੱਚ ਕੋਵਿਡ ਵੈਕਸੀਨ ਆਉਣ ਤੋਂ ਬਾਅਦ ਮਾਰਚ ਅਪ੍ਰੈਲ ਦੇ ਵਿੱਚ ਇਹ ਟਰੈਵਲ ਸ਼ੁਰੂ ਹੋ ਸਕਦਾ। ਤੁਹਾਨੂੰ ਆਪਣਾ ਕੋਵਿਡ ਵੈਕਸੀਨੇਸ਼ਨ ਦਾ ਸਰਟੀਫਿਕੇਟ ਦੇਣਾ ਪੈਣਾ ਤੇ ਜਦ ਤੁਸੀਂ ਸਰਟੀਫਿਕੇਟ ਦੇ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਟਰੈਵਲ ਐਗਜ਼ੈਂਪਸ਼ਨ ਦੀ ਲੋੜ ਨਹੀਂ ਪੈਣੀ ਤੇ ਤੁਸੀਂ ਆਸਟ੍ਰੇਲੀਆ ਆ ਵੀ ਸਕਦੇ ਹੋ ਤੇ ਆਸਟ੍ਰੇਲੀਆ ਤੋਂ ਬਾਹਰ ਵੀ ਜਾ ਸਕਦੇ ਹੋ। ਪਰ ਹਜੇ ਇਹ ਸਿਰਫ ਪ੍ਰਪੋਜ਼ਲ ਆ ਦੋਸਤੋ, ਹਜੇ ਪੱਕੀ ਨਹੀਂ ਆਈ। ਬਟ ਮੇਰੇ ਖਿਆਲ ਨਾਲ ਜੇ ਗੱਲਾਂ ਹੋਣ ਲੱਗ ਗਈਆਂ ਜੇ ਕਿਤੇ ਨਾ ਕਿਤੇ ਆਪਣਾ ਧੂੰਆਂ ਉੱਠਣ ਲੱਗ ਗਿਆ ਤਾਂ ਅੱਗੇ ਵੀ ਜ਼ਰੂਰ ਆਊਗੀ। ਤਾਂ ਜੇ ਇਹ ਚੀਜ਼ਾਂ ਸ਼ੁਰੂ ਹੋ ਗਈਆਂ ਨੇ ਤਾਂ ਨੇੜਲੇ ਫਿਊਚਰ ਦੇ ਵਿੱਚ ਆਪਣਾ 2-3 ਮਹੀਨਿਆਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਇਹ ਵੀ ਖੁੱਲ੍ਹ ਵੀ ਜ਼ਰੂਰ ਜਾਊਗਾ ਜੀ। ਕਿਉਂਕਿ ਯੂਕੇ ਦੇ ਵਿੱਚ ਵੀ ਮੈਂ ਅੱਜ ਹੀ ਪੜ੍ਹਿਆ, ਯੂਕੇ ਦੇ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਵੈਕਸੀਨੇਸ਼ਨ ਆ ਉਹ ਅਪਰੂਵ ਕਰ ਦਿੱਤੀ ਹੈ। ਆਸਟ੍ਰੇਲੀਆ, ਅਮਰੀਕਾ ਤੇ US UK ਵਗੈਰਾ ਨੂੰ ਵੀ ਫੋਲੋ ਕਰਦਾ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਜਲਦ ਪ੍ਰੋਗਰੈਸ ਹੋਊਗੀ। ਤੇ ਖੈਰ ਜਦੋਂ ਵੈਕਸੀਨੇਸ਼ਨ ਆ ਗਈ ਤੇ ਇੰਟਰਨੈਸ਼ਨਲ ਟਰੈਵਲ ਵੀ ਖੁੱਲ੍ਹ ਸਕਦਾ ਜੀ। ਬਿਲਕੁਲ ਵਧੀਆ ਖਬਰ ਆ। ਕਈ ਸਟੂਡੈਂਟਸ ਨੇ ਜਿਹੜੇ ਹਜੇ ਵੀ ਇੰਡੀਆ ਦੇ ਵਿੱਚ ਫਸੇ ਨੇ ਤੇ ਉਮੀਦ ਕਰ ਰਹੇ ਨੇ ਕਿ ਛੇਤੀ ਉਹ ਆਸਟ੍ਰੇਲੀਆ ਵਾਪਸ ਆ ਜਾਣ। ਤੇ ਜਿਵੇਂ ਤੁਸੀਂ ਕਿਹਾ ਆ ਜਿੱਥੇ ਚਾਹ ਉੱਥੇ ਰਾਹ, ਤੇ ਜ਼ਰੂਰ ਕੁਝ ਨਾ ਕੁਝ ਜਿਹੜਾ ਆ ਸਟੂਡੈਂਟਸ ਵਾਸਤੇ ਕੀਤਾ ਜਾਊਗਾ। ਜੀ ਹਾਂ, ਜੇ ਅਸੀਂ ਆਪਣੀ ਜੀ ਇਮੀਗ੍ਰੇਸ਼ਨ ਉਸ ਤੋਂ ਬਾਅਦ ਜੀ ਇਮੀਗ੍ਰੇਸ਼ਨ ਨੇ ਆਪਣਾ ਐਲੋਕੇਸ਼ਨਾਂ ਦੇ ਦਿੱਤੀਆਂ ਨੇ ਜੀ। ਤੇ ਉਹਦੇ ਵਿੱਚ ਆਪਾਂ ਪਹਿਲਾਂ ਨੰਬਰ ਦੀ ਗੱਲ ਕਰ ਲੈਣੇ ਜੀ, ਕਿਹੜੀ ਸਟੇਟ ਕੋਲ ਕਿੰਨੇ ਨੰਬਰ ਨੇ ਜੀ। ਤਾਂ ਸਭ ਤੋਂ ਵੱਧ ਨੰਬਰ ਹੈਗੇ ਨੇ ਜੀ ਨਿਊ ਸਾਊਥ ਵੇਲ ਕੋਲੇ ਜੀ। ਨਿਊ ਸਾਊਥ ਵੇਲ ਦੇ ਕੋਲੇ ਹੈਗੇ ਨੇ ਜੀ ਆਪਣਾ 3550 ਪਲੇਸਿਸ ਨੇ 190 ਦੇ ਜੀ। ਠੀਕ ਹੈ ਜੀ। ਤੇ 491 ਦੇ ਉਹਨਾਂ ਕੋਲ ਹੈਗੇ ਨੇ ਜੀ 2800 ਜੀ। ਸਭ ਤੋਂ ਵੱਧ ਜਿਹੜੀ ਐਲੋਕੇਸ਼ਨ ਆ ਉਹ ਨਿਊ ਸਾਊਥ ਵੇਲ ਨੂੰ ਮਿਲੀ ਹੈ ਜੀ 491 ਦੀ ਵੀ ਤੇ 190 ਦੀ ਵੀ ਜੀ। 190 ਦੇ ਵੀ ਦੂਜੇ ਨੰਬਰ ਤੇ ਜੀ ਵਿਕਟੋਰੀਆ ਜੀ, ਉਹਦੇ ਵਿੱਚ ਉਹਨਾਂ ਨੂੰ 2500 ਪਲੇਸ ਮਿਲੇ ਨੇ ਜੀ। ਤੇ ਪਰ ਉਹਨਾਂ ਨੂੰ 491 ਦੇ ਬਹੁਤ ਘੱਟ ਮਿਲੇ ਨੇ 1043 ਜੀ। ਤਾਂ ਵਿਕਟੋਰੀਆ ਕੋਲ 2500 190 ਦੇ ਪਲੇਸ ਨੇ ਤੇ 1043 ਜਿਹੜੇ ਨੇ 491 ਦੇ ਨੇ ਜੀ। ਉਸ ਤੋਂ ਬਾਅਦ ਤੀਜੇ ਨੰਬਰ ਤੇ ਆਂਦਾ ਜੀ ਸਾਊਥ ਆਸਟ੍ਰੇਲੀਆ ਜੀ।
ਜਿਨ੍ਹਾਂ ਨੂੰ 1500 ਪਲੇਸ ਮਿਲਿਆ ਜੀ 190 ਦਾ, ਜੀ ਜਿਹੜਾ ਕਿ ਵਿਕਟੋਰੀਆ ਤੋਂ 1000 ਕੁ ਘੱਟ ਹੈ। ਜੀ ਬਟ ਉਹਨਾਂ ਨੂੰ ਜਿਹੜਾ ਆਪਣਾ 491 ਦੇ ਨਹੀਂ ਜੀ 1850 ਪਲੇਸ ਮਿਲਿਆ ਜੀ, ਜੀ ਜਿਹੜਾ ਕਿ ਤਕਰੀਬਨ ਸੈਕਿੰਡ ਹਾਈਐਸਟ ਹੈ ਜੀ ਆਫਟਰ ਨਿਊ ਸਾਊਥ ਵੇਲ ਨੂੰ 2800, ਇਹਨਾਂ ਨੂੰ 1850 ਮਿਲਿਆ ਜੀ। ਜੀ ਤੀਜੇ ਨੰਬਰ ਤੇ ਆਪਣਾ ਚੌਥੇ ਨੰਬਰ ਤੇ ਹੈਗਾ ਜੀ ਵੈਸਟਰਨ ਆਸਟ੍ਰੇਲੀਆ ਜੀ, ਜੀ 190 ਦੇ ਵਿੱਚ ਇਹਨਾਂ ਨੂੰ ਮਿਲੇ ਨੇ 1100 ਪਲੇਸ, ਜੀ ਠੀਕ ਹੈ ਜੀ। ਪਰ ਇਹਨਾਂ ਨੂੰ 491 ਦੀ ਐਲੋਕੇਸ਼ਨ ਬਹੁਤ ਘੱਟ ਆ ਜੀ, 350 ਪਲੇਸ ਮਿਲਿਆ 340। ਜੀ ਉਦੋਂ ਬਾਅਦ ਹੈਗਾ ਜੀ ਕੁਇਨਜ਼ਲੈਂਡ ਤੇ ਤਸਮਾਨੀਆ, ਦੋਨਾਂ ਨੂੰ 1000 ਆਪਣਾ ਮਿਲਿਆ ਜੀ 190 ਦਾ। 491 ਦੇ ਲਈ ਤਸਮਾਨੀਆ ਦੇ ਕੋਲ 1400 ਤੇ ਕੁਇਨਜ਼ਲੈਂਡ ਦੇ ਕੋਲ 1250 ਪਲੇਸ ਆ, ਬੜੀ ਮਤ ਸਿਮਿਲਰ ਹੀ ਆ ਜੀ। ਜੀ ਬਟ ਵੱਡੀਆਂ ਸਟੇਟਾਂ ਨਾਲੋਂ ਘੱਟ ਹੈ, ਵਿਕਟੋਰੀਆ ਤੋਂ ਵੱਧ ਹੈ ਬਟ ਹੋਰ ਸਟੇਟਾਂ ਨਾਲੋਂ ਨਿਊ ਸਾਊਥ ਵੇਲ ਤੋਂ ਤਾਂ ਬਿਲਕੁਲ ਅੱਧਾ ਹੀ ਹੈ ਜੀ। ਜੀ ਮੈਂ ਇੱਕ ਚੀਜ਼ ਦੇਖੀ ਆ ਕਿ ਜਿਹੜੀ 190 ਆ ਉਹਦਾ ਕੋਟਾ ਜ਼ਿਆਦਾ ਆ ਐਸ ਕੰਪੇਅਰ ਟੂ 491। ਬਿਲਕੁਲ ਕੋਈ ਜੀ। ਰੀਜ਼ਨ ਹੈ 491 ਨੂੰ ਜਿਹੜੀ ਆ ਘੱਟ ਐਲੋਕੇਸ਼ਨ ਹੁੰਦੀ ਆਈ ਹੈ ਜਾਂ 190 ਨੂੰ ਵੱਧ ਪਾਲਿਸੀ ਹੈ priority ਜੀ, ਦਿੱਤੀ ਇਹਨਾਂ ਦੀ ਪਾਲਿਸੀ ਹੈ ਜੀ, ਇਹ 190 ਨੂੰ ਇਸ ਵਾਰ ਥੋੜਾ ਜ਼ਿਆਦਾ ਕਰਨਾ ਚਾਹੁੰਦੇ ਨੇ ਜੀ। ਬਟ ਪਤਾ ਨਹੀਂ ਗਵਰਨਮੈਂਟ ਦੀ ਕਥਨੀ ਤੇ ਕਰਨੇ ਦੇ ਵਿੱਚ ਫਰਕ ਲੱਗ ਰਿਹਾ ਜੀ। ਜੀ। ਓਕੇ ਤੇ ਤਾਂ ਕਹਿ ਰਹੇ ਸਾਰੇ ਰੀਜਨਲ ਜਾਓ ਤੇ ਫਿਰ ਰੀਜਨਲ ਪਲੇਸਿਸ ਵੀ ਘੱਟ ਦੇ ਰਹੇ ਨੇ। ਜੀ ਇਹਦਾ ਹੁਣ ਆਉਣ ਵਾਲਾ ਇੱਕ ਦੂਜੀ ਗੱਲ ਇਹ ਇੰਪਲੀਮੈਂਟੇਸ਼ਨ ਦੀ। ਹੁਣ ਜਦੋਂ ਆਪਾਂ ਅੱਗੇ ਗੱਲ ਕਰਾਂਗੇ ਸਟੇਟ ਦੀਆਂ ਜਿਹੜੀਆਂ ਖੁੱਲੀਆਂ ਨੇ ਉਹਨਾਂ ਦੀ ਕੀ ਰੈਗੂਲੇਸ਼ਨ ਆਈ ਆ, ਤਾਂ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਲੱਗੂਗਾ ਵੀ ਇਹ ਕਾਣੀ ਵੰਡ ਹੋ ਰਹੀ ਹੈ। ਜੀ ਕੁਝ ਵੀ ਕਲੀਅਰ ਨਹੀਂ ਹੈਗਾ, ਸਟੇਟਾਂ ਨੂੰ ਬਹੁਤ ਜ਼ਿਆਦਾ ਪਾਵਰ ਦਿੱਤੀ ਗਈ ਹੈ ਜੀ, ਸਟੂਡੈਂਟਾਂ ਨੂੰ ਪਹਿਲਾਂ ਵਾਂਗੂ ਹੀ ਕਨਫਿਊਜ਼ ਕਰਕੇ ਰੱਖਿਆ ਹੋਇਆ ਜੀ। ਜੀ ਤੇ ਬਾਕੀ ਲਾਸਟ ਨੰਬਰ ਦੇ ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਜੀ, ਕੈਨਬਰਾ ਦੇ ਕੋਲ 700 ਸੀਟਾਂ 190 ਦੀਆਂ ਨੇ ਜੀ, ਤੇ 600 ਸੀਟਾਂ ਹੈਗੀਆਂ ਨੇ ਜੀ ਆਪਣੀਆਂ 491 ਦੀਆਂ। ਜੀ ਤੇ ਲਾਸਟ ਨੰਬਰ ਤੇ ਨਾਰਥਰਨ ਟੈਰੀਟਰੀ, ਉਹਨਾਂ ਕੋਲੇ 500 ਸੀਟ ਹੈਗੀ ਆ ਜੀ 190 ਦੀ ਤੇ 500 ਹੀ 491 ਦੀ। ਜੀ ਤਾਂ ਤਸਮਾਨੀਆ ਤੇ ਕੈਨਬਰਾ ਸਭ ਤੋਂ ਘੱਟ, ਆਪਣਾ ਨਿਊ ਸਾਊਥ ਵੇਲ, ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਕੋਲ ਸਭ ਤੋਂ ਵੱਧ ਐਲੋਕੇਸ਼ਨਾਂ ਹੈਗੀਆਂ ਨੇ ਜੀ। ਜੀ ਅੱਜ ਜੀ ਇਹ ਤੁਸੀਂ ਦੱਸਿਆ ਸੀ ਕਿ ਕੋਟਾ ਜਿਹੜਾ ਆ ਹਰ ਇੱਕ ਸਟੇਟ ਨੂੰ ਜਿਹੜਾ ਮਿਲਿਆ ਆ, ਮਿਲਿਆ, ਤੇ ਹਾਂਜੀ। ਹੁਣ ਮੇਰੀ ਚੀਜ਼ ਇਹ ਪੁੱਛਣੀ ਮੈਂ ਤੁਹਾਡੇ ਕੋਲ ਚਾਹਾਂਗੀ ਕਿ ਜਿਵੇਂ ਕੀ ਹੁੰਦਾ ਆ ਕਿ ਸਟੂਡੈਂਟਸ ਨੂੰ ਪਤਾ ਚੱਲਦਾ ਆ ਕਾਫੀ ਲੇਟ, ਹਾਂਜੀ ਪਰ ਇੱਥੇ ਸਾਡਾ ਜਿਹੜਾ ਮੇਨ ਮੋਟਿਵ ਹੁੰਦਾ ਆ ਸਾਡੀ ਆਡੀਅנס ਨੂੰ ਅਵੇਅਰ ਕਰਨਾ ਹੁੰਦਾ ਆ ਕਿ ਸੀਟਸ ਬਿਲਕੁਲ ਜੀ। ਜਿਹੜੀਆਂ ਅਵੇਲੇਬਲ ਹੈਗੀਆਂ ਨੇ। ਪਰ ਇਨ ਕੇਸ ਜੇ ਮੇਰੇ ਵਰਗਾ ਕੋਈ ਬੰਦਾ ਜਿਹਨੂੰ ਕੋਈ ਜ਼ਿਆਦਾ ਮਤਲਬ ਪਤਾ ਨਾ ਹੋਵੇ ਤੇ ਫਿਰ ਉਹ ਕੀ ਕਰ ਸਕਦਾ ਜੇ ਉਹ ਲੇਟ ਹੋ ਜਾਵੇ ਇਸ ਚੀਜ਼ਾਂ ਵਾਸਤੇ, ਜੇ ਉਹਨੇ ਅਪਲਾਈ ਕਰਨਾ ਹੋਵੇ 491 ਜਾ ਕੇ, ਮੰਨ ਲਓ ਜਿਵੇਂ ਨਿਊ ਸਾਊਥ ਵੇਲ ਦੇ ਵਾਸਤੇ ਹੀ ਕਰਨਾ ਹੋਵੇ ਤੇ ਉਹ ਲੇਟ ਹੋ ਜਾਵੇ ਦੇਖੋ ਤਾਂ? ਲੇਟ ਦਾ ਤਾਂ ਇਹ ਹੈ ਜੀ, ਸਾਡਾ ਪੇਜ ਲਾਈਕ ਕਰਕੇ ਰੱਖੋ ਜੀ, ਅਸੀਂ ਆਪਣੀ ਅਪਡੇਟਸ ਪਾਉਂਦੇ ਰਹਿੰਦੇ ਹਾਂ ਜੀ, ਜੀ। ਆਪਣੇ ਨਿਊਜ਼ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਚੀਜ਼ਾਂ ਜੀ। ਜੀ। ਬਾਕੀ ਹਰ ਇੱਕ ਸਟੇਟ ਦਾ ਇੱਕ ਨਿਊਜ਼ ਲੈਟਰ ਹੁੰਦਾ ਜੀ, ਤੁਸੀਂ ਉੱਥੇ ਆਪਣਾ ਈਮੇਲ ਐਡਰੈਸ ਭਰ ਕੇ ਤੁਸੀਂ ਉਹਨਾਂ ਨਾਲ ਸਾਈਨ ਅਪ ਕਰ ਸਕਦੇ ਹੋ। ਜੇ ਕੋਈ ਵੀ ਅਪਡੇਟ ਆਉਂਦੀ ਆ ਉਹ ਸਾਰੇ ਏਜੰਟਸ ਨੂੰ ਤੇ ਜਿਹੜੇ ਉਹਨਾਂ ਨੇ ਸਾਈਨ ਅਪ ਕੀਤਾ ਉਹਨਾਂ ਨੂੰ ਈਮੇਲ ਭੇਜਦੇ ਰਹਿੰਦੇ ਨੇ ਜੀ। ਤੇ ਦੂਜੀ ਗੱਲ ਹੈ ਜੀ, ਦੇਖੋ ਆਪਣਾ ਇਹ ਤੁਹਾਡੇ ਲਈ ਮੇਰੇ ਖਿਆਲ ਨਾਲ ਪ੍ਰਾਇੋਰਟੀਜ਼ ਕੀ ਨੇ ਆਪਣੀਆਂ ਜੀ ਸਟੂਡੈਂਟ ਵਾਲੇ ਦੀ। ਜੇ ਆਪਣੀ ਪੀਆਰ ਸਭ ਤੋਂ ਵੱਧ ਪ੍ਰਾਇੋਰਟੀ ਹੈ ਜੀ, ਤਾਂ ਮੇਰੇ ਖਿਆਲ ਨਾਲ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣਾ ਵਿਜੀਲੈਂਟ ਰਹੀਏ, ਪਤਾ ਕਰਦੇ ਰਹੀਏ। ਇੱਕ ਤੇ ਹੋਰ ਹੈ, ਘਰੇ ਬਹਿ ਕੇ ਆਪ ਵਕੀਲ ਨਾ ਬਣੀਏ, ਜ਼ਰੂਰ ਇਧਰੋਂ ਉਧਰੋਂ ਕਿਸੇ ਵੀ ਕੁਆਲੀਫਾਈਡ ਬੰਦੇ ਤੋਂ ਜਾਂ ਆਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਪਤਾ ਕਰੀਏ ਤੇ ਕਨਫਰਮ ਕਰੀਏ ਜੀ। ਜੀ ਡੈਫੀਨੇਟਲੀ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਜ਼ਰੂਰੀ ਹੈ ਕਿ ਜਿਹੜੀ ਵਿਜੀਲੈਂਟ ਰਹਿਣਾ ਇੱਕ ਚੀਜ਼ ਹੈਗੀ ਉਹਨੂੰ ਅਸੀਂ ਪ੍ਰਾਇੋਰਟੀ ਕਹਿੰਦੇ ਆ, ਪਰ ਦੂਜੀ ਚੀਜ਼ ਇਹ ਵੀ ਆ ਕਿ ਤੁਸੀਂ ਪਲੀਜ਼ ਜਿਹੜਾ ਆ ਕੰਸਲਟੈਂਟ ਦੇ ਕੋਲ ਜਾ ਕੇ ਚੈੱਕ ਜਿਹੜਾ ਆ ਹਰ ਇੱਕ ਦਿਨ, ਮਤਲਬ ਕਹਿ ਸਕਦੇ ਹਾਂ ਹਰ ਇੱਕ ਮੰਥ ਜਿਹੜਾ ਡੇ ਬਾਈ ਡੇ ਜਿਹੜਾ ਪਲੀਜ਼ ਕਰਿਆ ਕਰੋ। ਬਾਕੀ ਆਨਲਾਈਨ ਜਿਵੇਂ ਇਹਨਾਂ ਨੇ ਦੱਸਿਆ ਆ ਕਿ ਤੁਸੀਂ ਕਿਵੇਂ ਜਿਹੜੀ ਇਨਫੋਰਮੇਸ਼ਨ ਆ ਪ੍ਰੋਵਾਈਡ ਕਰਕੇ ਵੀ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ। ਤੇ ਜੀ ਅਜੇ ਜੀ ਜੇ ਗੱਲ ਕਰੀਏ ਹੁਣ ਰਿਕੁਆਇਰਮੈਂਟਸ ਦੀ, 190 ਤੇ 491 ਦੀਆਂ ਕੀ ਰਿਕੁਆਇਰਮੈਂਟਸ ਹੋਣਗੀਆਂ? ਹਾਂਜੀ, ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਿਊ ਸਾਊਥ ਵੇਲ ਦੀ। ਇਹਨਾਂ ਕੋਲ ਸਭ ਤੋਂ ਵੱਧ ਕੋਟਾ ਜੀ, ਬਟ ਗੱਲ ਇਹ ਵੀ ਇਹਨਾਂ ਕੋਲ ਸਭ ਤੋਂ ਵੱਧ ਕੋਟਾ ਤੇ ਸਭ ਤੋਂ ਵੱਧ ਸਟੂਡੈਂਟ ਨੇ ਜੀ। ਨਿਊ ਸਾਊਥ ਵੇਲ ਦੇ ਵਿੱਚ ਸਭ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਜੀ। ਤੇ ਇਹਨਾਂ ਨੇ ਆਪਣੀਆਂ ਬਿਲਕੁਲ ਰਿਲੀਜ਼ ਕਰ ਦਿੱਤੀਆਂ ਨੇ ਜੀ, ਪ੍ਰੋਪਰ ਲਿਸਟ ਰਿਲੀਜ਼ ਕੀਤੀ ਹੈ, ਠੀਕ ਹੈ ਜੀ, ਜਿਹਦੇ ਵਿੱਚ ਉਹਨਾਂ ਨੇ ਜਿਨ੍ਹਾਂ ਨੂੰ ਇਹ ਇਸ ਵਾਰ ਕਰਨਗੇ ਜੀ। ਨਿਊ ਸਾਊਥ ਵੇਲ ਦੀ 190 ਦਾ ਕ੍ਰਾਈਟੇਰੀਆ ਕਿ ਜਿਹੜੀ ਤੁਹਾਡੀ ਆਕੂਪੇਸ਼ਨ ਹੈ ਇਹਨਾਂ ਦੀ ਲਿਸਟ ਵਿੱਚੋਂ ਹੋਣੀ ਚਾਹੀਦੀ ਹੈ ਜੀ। ਤੇ ਉਸ ਤੋਂ ਬਾਅਦ ਇਹ ਜਿਹੜੀਆਂ ਵੀ ਬੰਦੇ ਤੇ ਸਿਰਫ ਤੁਸੀਂ ਨਿਊ ਸਾਊਥ ਵੇਲ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਜੀ। 190 ਲਈ ਜੇ ਤੁਸੀਂ ਹੋਰ ਕਿਸੇ ਸਟੇਟ ਵਿੱਚ ਰਹਿ ਰਹੇ ਹੋ, ਨਿਊ ਸਾਊਥ ਵੇਲ ਤੁਹਾਨੂੰ ਕੰਸੀਡਰ ਨਹੀਂ ਕਰੂਗਾ। ਤੁਸੀਂ ਨਿਊ ਸਾਊਥ ਵੇਲ 'ਚ ਰਹਿ ਰਹੇ ਹੋ ਜੀ ਤੇ ਤੁਹਾਡੀ ਜਿਹੜੀ ਆਕੂਪੇਸ਼ਨ ਆ ਉਹਨਾਂ ਦੀ ਲਿਸਟ ਦੇ ਵਿੱਚ ਹੈਗੀ ਹੈ ਜੀ, ਤਾਂ ਉਸ ਤੋਂ ਬਾਅਦ ਅਗਲਾ ਕ੍ਰਾਈਟੇਰੀਆ ਇਹਨਾਂ ਦਾ ਪੁਆਇੰਟ ਦਾ। ਤਾਂ ਜਿੰਨੇ ਤੁਹਾਡੇ ਪੁਆਇੰਟ ਹਾਈਐਸਟ ਹੋਣਗੇ ਜੀ, ਉਹਨਾਂ ਤੁਹਾਡੇ ਨਿਊ ਸਾਊਥ ਵੇਲ ਦੀ ਜਿਹੜੀ ਆ EOI ਆਉਣ ਦੇ ਚਾਂਸ ਵੱਧ ਨੇ ਜੀ। ਇਹਨਾਂ ਪ੍ਰੋਸੈਸ ਆ ਜੀ, ਤੁਸੀਂ EOI ਲਾਂਚ ਕਰੋ, ਨਿਊ ਸਾਊਥ ਵੇਲ ਨੂੰ ਸਿਲੈਕਟ ਕਰੋ ਤੇ ਫਿਰ ਇਹ ਆਪਣੇ ਹਿਸਾਬ ਦੇ ਨਾਲ ਇਹ ਆਕੂਪੇਸ਼ਨ ਦੇਖ ਕੇ ਤੁਹਾਨੂੰ ਇਨਵਾਈਟ ਕਰਨਗੇ ਜੀ। ਇਨਵਾਈਟ ਕਰਨ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਪਾਓਗੇ। ਜੇ ਤੁਸੀਂ ਜਿਹੜਾ EOI ਵਿੱਚ ਕਲੇਮ ਕੀਤਾ ਤੁਸੀਂ ਉਹ ਪੂਰਾ ਕਰ ਦਿੰਦੇ ਹੋ ਤਾਂ ਤੁਹਾਨੂੰ ਇਹ ਆਪਣਾ ਡਿਪਾਰਟਮੈਂਟ ਨੂੰ ਅਪਰੂਵਲ ਲਈ ਭੇਜ ਦੇਣਗੇ ਤੇ ਤੁਹਾਨੂੰ ਵੀਜ਼ਾ ਪਾਉਣ ਦਾ ਇਨਵੀਟੇਸ਼ਨ ਆ ਜਾਊਗਾ ਜੀ।
ਸੌਰੀ ਅਜੇ ਜੀ ਤੁਸੀਂ ਦੱਸਿਆ ਸੀਗਾ ਕਿ ਨਿਊ ਸਾਊਥ ਵੇਲ ਦੇ ਵਿੱਚ ਹੀ ਰਹਿਣਾ ਚਾਹੀਦਾ। ਮੇਰਾ ਕੁਐਸਚਨ ਹੈ ਕਿ ਜਿਹੜੇ ਵਿਕਟੋਰੀਆ ਵਿੱਚ ਰਹਿ ਰਹੇ ਉਹ ਇਸ ਚੀਜ਼ ਵਾਸਤੇ ਐਲੀਜੀਬਲ ਬਿਲਕੁਲ ਨਹੀਂ ਨਹੀਂ, ਹੈਗੇ। ਉਹ ਬਿਲਕੁਲ ਐਲੀਜੀਬਲ ਨਹੀਂ ਹੈਗੇ ਜੀ। 190 ਦੇ ਲਈ ਤੁਹਾਨੂੰ ਨਿਊ ਸਾਊਥ ਵੇਲ ਦੇ ਵਿੱਚ ਹੀ ਰਹਿੰਦੇ ਹੋਣਾ ਚਾਹੀਦਾ ਜੀ। ਓਕੇ ਤੇ ਆਕੂਪੇਸ਼ਨ ਲਿਸਟ ਵੀ ਇਹਨਾਂ ਦੀ ਜੇ ਗੱਲ ਕਰੀਏ ਬੜੀ ਹੀ ਛੋਟੀ ਲਿਸਟ ਹੈ ਜੀ, ਜੀ ਜਿਹਦੇ ਵਿੱਚ ਇਹਨਾਂ ਨੇ ਜੀ ਆਪਣਾ ਉਹੀ ਹੈਲਥ ਵਰਕਰ, ਜੀ ਥੋੜੇ ਜੇ ਸਾਰੇ ਪ੍ਰੋਫੈਸ਼ਨਲ ਹੁੰਦੇ ਜੀ। ਟ੍ਰੇਡ ਕੋਰਸ ਅਨਫੋਰਚੂਨੇਟਲੀ ਨਹੀਂ ਹੈਗਾ ਜੀ। ਜੀ ਕੁਝ ਕੁ ਡਰਾਫਟ ਪਰਸਨ ਆਪਣਾ ਡਿਪਲੋਮਾ ਲੈਵਲ ਕੁਆਲੀਫਿਕੇਸ਼ਨਸ ਹੈਗੀਆਂ ਨੇ, ਜੀ ਬਟ ਜਿਹੜੇ ਇੱਕ ਪਾਰਟਿਕੂਲਰ ਟ੍ਰੇਡ ਕੋਰਸ ਜਿਨ੍ਹਾਂ ਬਾਰੇ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਉਹ ਹਜੇ ਲਿਸਟ ਵਿੱਚ ਸ਼ਾਮਲ ਨਹੀਂ ਕੀਤੇ ਗਏ, ਜਿਹੜਾ ਕਿ ਬਹੁਤ ਹੀ ਜ਼ਿਆਦਾ ਮੰਦਭਾਗਾ ਜੀ। ਕਿਉਂਕਿ ਬਹੁਤੇ ਆਪਣੇ ਭੈਣ ਭਰਾ ਸਟੂਡੈਂਟ ਜਿਹੜੇ ਨਿਊ ਸਾਊਥ ਵੇਲ ਵਿੱਚ ਕੁੱਕ ਜਾਂ ਸ਼ੈਫ ਦਾ ਕੋਰਸ ਕਰਨ ਲਈ ਜਾਂ ਜੌਬ ਰੈਡੀ ਕਰਨ ਲਈ ਮੂਵ ਹੋਏ ਸੀ, ਉਹਨਾਂ ਦੇ ਲਈ ਬੜਾ ਔਖਾ ਜੀ। ਤੇ 491 ਦੇ ਵਿੱਚ ਵੀ ਨਹੀਂ ਇਹਨਾਂ ਨੇ ਇੰਕਲੂਡ ਕੀਤਾ ਜੀ। 491 ਰੀਜਨਲ ਏਰੀਆ ਦੇ ਵਿੱਚ ਵੀ ਇਹਨਾਂ ਨੇ ਆਪਣਾ ਆਹੀ ਰਜਿਸਟਰਡ ਨਰਸਾਂ ਨੂੰ, ਮੈਡੀਕਲ ਵਾਲਿਆਂ ਨੂੰ ਤੇ ਆਈਟੀ ਵਾਲਿਆਂ ਨੂੰ ਤੇ ਇੰਜੀਨੀਅਰਸ ਨੂੰ ਕੀਤਾ, ਪਰ ਉਹਨਾਂ ਨੇ ਜਿਹੜੀ ਇੱਕ ਬੇਸਿਕ ਰੀਜਨਲ ਏਰੀਆ ਜਿੰਨਾ ਸਕਿੱਲਸ ਦੀ ਲੋੜ ਆ ਜੀ, ਚਾਹੇ ਸ਼ੈਫ ਆ, ਚਾਹੇ ਕੁੱਕ ਆ, ਮੋਟਰ ਮਕੈਨਿਕ ਆ, ਉਹਨਾਂ ਨੂੰ ਇਸ ਵਾਰ ਲਈ ਇੰਕਲੂਡ ਨਹੀਂ ਕੀਤਾ ਗਿਆ ਜੀ। ਸੋ ਮੈਂ ਸਟਿਲ ਕਾਫੀ ਜਿਹੜਾ ਸੋਚ ਰਹੀ ਹਾਂ, ਕਿਉਂਕਿ ਨਾਰਮਲੀ ਕੀ ਹੁੰਦਾ ਆ ਕਿ ਜੇ ਤੁਸੀਂ ਕਿਸੇ ਵੀ ਸਟੇਟ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਸਟੇਟ ਤੇ ਕੋਈ ਵੀ ਐਲੋਕੇਸ਼ਨ ਜਾਂ ਕੋਈ ਵੀ ਕੋਟਾ ਰਿਲੀਜ਼ ਹੁੰਦਾ ਤਾਂ ਤੁਸੀਂ ਉਹਦੇ ਵਾਸਤੇ ਐਲੀਜੀਬਲ ਹੁੰਦੇ ਹੋ, ਪਰ ਦਿਸ ਟਾਈਮ ਇਹ ਥੋੜਾ ਜਿਹਾ ਡਿਫਰੈਂਟ ਕਿਉਂ ਆ? ਇਹਨਾਂ ਕੋਲ ਇਸ ਟਾਈਮ ਸੀਟਾਂ ਘੱਟ ਨੇ ਜੀ। ਅੱਛਾ, ਉਸ ਕਰਕੇ ਉਹ ਸਿਰਫ ਨਿਊ ਸਾਊਥ ਓਕੇ ਜੀ। ਕਿਉਂਕਿ ਗਵਰਨਮੈਂਟ ਦੇ ਸਖਤ ਹਦਾਇਤਾਂ ਨੇ ਵੀ ਤੁਸੀਂ ਸਿਰਫ ਉਹਨਾਂ ਨੂੰ ਪ੍ਰਮੋਟ ਕਰੋ ਜਿਨ੍ਹਾਂ ਦੀ ਆਸਟ੍ਰੇਲੀਆ ਨੂੰ ਲੋੜ ਹੈ ਜੀ, ਉਹਨਾਂ ਦੇ ਹਿਸਾਬ ਨਾਲ ਸੋ ਕਾਲਡ ਲੋੜ ਹੈ ਜੀ। ਅਸੀਂ ਇਸ ਚੀਜ਼ ਨਾਲ ਐਗਰੀ ਨਹੀਂ ਕਰ ਰਹੇ, ਬਟ ਐਟ ਦੀ ਐਂਡ ਆਫ ਦੀ ਡੇ ਜੀ ਜਿਸकी ਲਾਠੀ ਉਸकी ਭੈਂਸ, ਤਾਂ ਬੇਸਿਕਲੀ ਦੇ ਆਰ ਦਾ ਵਨ ਹੂ ਗੋਣਾ ਡਿਸਾਈਡ ਜੀ। ਬਟ ਮੰਦਭਾਗਾ ਹੀ ਹੈ ਜੀ, ਵੀ ਡੋਨਟ ਐਗਰੀ ਵਿਦ ਦਿਸ। ਹੋਪਫੁਲੀ ਅਗਲੀ ਜੁਲਾਈ ਤੋਂ ਬਾਅਦ ਜਦੋਂ ਕਰੋਨਾ ਦਾ ਕਹਿਰ ਵੀ ਘਟ ਜੂਗਾ ਜੀ ਤੇ ਆਪਣਾ ਜਿਹੜਾ ਜੀਐਸਐਮ ਲਈ ਐਲੋਕੇਸ਼ਨ ਲੈਵਲ ਆ ਉਹ ਦੁਬਾਰਾ ਤੋਂ ਆਪਣੇ ਮੁੜ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆ ਜਾਊਗਾ ਜੀ, ਤਾਂ ਫਿਰ ਇਹ ਜਿਹੜੀਆਂ ਚੀਜ਼ਾਂ ਨੇ ਚੇਂਜ ਹੋ ਜਾਣਗੀਆਂ ਜੀ। ਅਜੇ ਜੀ ਤੁਸੀਂ ਮਾਈਂਡ ਨਹੀਂ ਕਰਦੇ ਤਾਂ ਥੋੜੇ ਜਿਹੇ ਕਮੈਂਟਸ ਨੇ ਉਹ ਇਸ ਟੌਪਿਕ ਨੂੰ ਲੈ ਕੇ ਵੀ ਜਿਹੜੇ ਆਏ ਨੇ, ਅਸੀਂ ਉਹ ਵੀ ਲੈ ਲਈਏ ਤੇ ਇਸ ਦੇ ਨਾਲ ਫਿਰ ਅਸੀਂ ਬਾਅਦ ਚੋਂ ਗੱਲ ਕਰਦੇ ਸੀ ਆਪਣੇ ਟੌਪਿਕ ਦੇ ਰਿਲੇਟਡ ਜੀ। ਸਾਨੂੰ ਮਾਨ ਐਂਜਲ ਜੀ ਪੁੱਛ ਰਹੇ ਨੇ, ਹਾਈ ਮੈਮ, ਆਈ ਆਲਰੇਡੀ ਹੈਵ 3 year full time experience as a pastry chef. Now I am moving to regional. What's the requirement for 494 sponsor visa and how long take a whole procedure? Thank you. 494 ਦੀ ਸਭ ਤੋਂ ਪਹਿਲੀ ਰਿਕੁਆਇਰਮੈਂਟ ਦਾ ਜੀ ਤੁਹਾਡੇ ਕੋਲੇ EMPLOYER ਹੋਣਾ ਚਾਹੀਦਾ ਜੀ, ਰੀਜਨਲ ਏਰੀਆ ਵਿੱਚ ਜਿਹੜਾ ਆਪਰੇਟ ਕਰ ਰਿਹਾ ਹੋਵੇ ਲੈਜਿਟਿਮੇਟਲੀ, ਉਹ ਆਪਣਾ 6 ਈਚ ਬੈਂਡ ਹੋਣੇ ਚਾਹੀਦੇ ਨੇ, 3 ਸਾਲ ਦਾ ਐਕਸਪੀਰੀਅੰਸ ਆ ਤਾਂ ਗੁੱਡ ਆ ਜੀ, ਤੇ ਨਾਲ ਆਪਾਂ ਨੂੰ ਸਕਿੱਲ ਅਸੈਸਮੈਂਟ ਵੀ ਚਾਹੀਦੀ ਹੈ ਜੀ। ਥੈਂਕ ਯੂ ਜੀ। ਤੇ ਕੁਲਦੀਪ ਸਿੰਘ ਜੀ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੇ ਕਹਿ ਰਹੇ ਨੇ ਗੁੱਡ ਜੌਬ ਸਵਾਤੀ ਵਿਦ ਪੰਜਾਬ ਟੀਵੀ, ਥੈਂਕ ਯੂ ਜੀ। ਸੁਖਬੀਰ ਕੱਕਰ ਕਹਿ ਰਹੇ ਨੇ, ਸਤਿ ਸ਼੍ਰੀ ਅਕਾਲ ਪੰਜਾਬ ਟੀਵੀ, ਸਤਿ ਸ਼੍ਰੀ ਅਕਾਲ ਸੁਖਬੀਰ ਜੀ। ਅਮਿਤ ਸਿੰਘ ਜੀ, ਗੁੱਡ ਜੌਬ ਮੈਮ, ਥੈਂਕ ਯੂ ਜੀ। ਜੋਤੀ ਬਾਰੀਆ, ਹੈਲੋ ਸਵਾਤੀ ਜੀ, ਗ੍ਰੇਟ ਜੌਬ ਸਵਾਤੀ ਮੈਮ, ਥੈਂਕ ਯੂ ਸੋ ਮਚ ਜੀ। ਤੇ ਮੈਨੂੰ ਲੱਗਦਾ ਹੈ ਹੁਣ ਬ੍ਰੇਕ ਲੈ ਲੈਣੀ ਚਾਹੀਦੀ ਹੈ, ਤੇ ਬ੍ਰੇਕ ਤੋਂ ਬਾਅਦ ਹੋਰ ਵੀ ਇੰਪੋਰਟੈਂਟ ਜਿਹੜੀਆਂ ਅਪਡੇਟਸ ਨੇ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਜੀ। ਹਾਂ, ਸਮਾਂ ਹੈ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਜਿਹੜੇ ਹੋਰ ਵੀ ਜਿਹੜੇ ਸਟੇਟਸ ਦੇ ਅਪਡੇਟਸ ਆ ਉਹਨਾਂ ਬਾਰੇ। ਸੋ ਜੁੜੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪੰਜਾਬ ਟੀਵੀ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਜੋਤ ਮੱਲੀ ਸਟਾਰ ਮੋਟਰ ਵਰਕਸ ਤੋਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਿਛਲੇ 5 ਸਾਲ ਤੋਂ ਪੈਕਰਮ ਦੇ ਵਿੱਚ ਵਰਕਸ਼ਾਪ ਰਨ ਕਰ ਰਹੇ ਹਾਂ। ਹੁਣ ਕਸਟਮਰ ਦੀ ਰਿਕੁਆਇਰਮੈਂਟ ਤੇ ਡਿਮਾਂਡ ਦੇ ਹਿਸਾਬ ਨਾਲ ਨਵੀਂ ਸ਼ਾਪ ਕਲਾਈਡ ਨਾਰਥ ਦੇ ਵਿੱਚ ਓਪਨ ਕੀਤੀ ਹੈ ਜੀ। ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕਰਦੇ ਹਾਂ ਉਹ ਨੇ ਜੀ ਲੌਗਬੁੱਕ ਸਰਵਿਸਿੰਗ ਔਨ ਆਲ ਮੇਕਸ ਐਂਡ ਮਾਡਲ, ਮੇਜਰ ਐਂਡ ਮਾਈਨਰ ਰਿਪੇਅਰਸ, roadworthies, new and used tires, wheel alignments, new and used batteries। ਇਸ ਤੋਂ ਇਲਾਵਾ ਕਰਟੇਸੀ ਕਾਰ ਵੀ ਅਵੇਲੇਬਲ ਹੈ ਜੀ। ਅਸੀਂ ਇੱਥੇ ਪੈਨਰਾਈਟ ਦਾ ਆਇਲ ਯੂਜ਼ ਕਰਦੇ ਹਾਂ ਤੇ ਰਾਈਕੋ ਦੇ ਫਿਲਟਰ, ਤਾਂ ਜੋ ਤੁਹਾਡੀ ਜਿਹੜੀ ਵਾਰੰਟੀ ਆ ਨਿਊ ਕਾਰ ਵਾਰੰਟੀ ਵਾਇਡ ਨਾ ਹੋਵੇ। ਸਾਡਾ ਪੈਕਰਮ ਦਾ ਐਡਰੈਸ ਹੈ ਜੀ ਫੈਕਟਰੀ 4 ਨੰਬਰ 6 ਹੋਗਨ ਕੋਟ। ਫੋਨ ਨੰਬਰ ਹੈ ਜੀ 59411602। ਕਲਾਈਡ ਦਾ ਐਡਰੈਸ ਹੈ ਜੀ ਨੰਬਰ 2 ਸਿਲਵਰੈਟਾ ਕੋਟ। ਫੋਨ ਨੰਬਰ ਹੈ ਜੀ 0423479322। ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। ਅਸੀਂ ਆਸ ਕਰਦੇ ਹਾਂ ਅਸੀਂ ਤੁਹਾਨੂੰ ਬੈਸਟ ਸਰਵਿਸ ਇਨ ਟਾਊਨ ਪ੍ਰੋਵਾਈਡ ਕਰਾਂਗੇ। ਧੰਨਵਾਦ ਜੀ। ਇੰਡੀਆ ਦੀਆਂ ਖੂਬਸੂਰਤ ਯਾਦਾਂ ਨੂੰ ਯਾਦ ਕਰਾਉਂਦਾ ਹੋਇਆ ਵੀ ਪ੍ਰੈਜ਼ੈਂਟ ਮੈਮਰੀਜ਼ ਆਫ ਇੰਡੀਆ ਇੰਡੀਅਨ ਰੈਸਟੋਰੈਂਟ ਐਂਡ ਪਾਰਟੀ ਹਾਲ। ਬਹੁਤ ਹੀ ਖੂਬਸੂਰਤ ਡੈਕੋਰੇਸ਼ਨ ਐਂਡ ਇੰਟੀਰੀਅਰ ਸੀਟਿੰਗ ਐਂਡ ਵੈਲ ਟ੍ਰੇਨਡ ਸਟਾਫ ਲੈ ਕੇ ਆਏ ਨੇ
Memories of India. Memories of India ਤੁਹਾਡੇ ਲਈ ਲੈ ਕੇ ਆਇਆ ਹੈ breakfast, lunch and dinner. ਜੀ ਹਾਂ, it's open from 10 a.m. till 11 p.m. in the night time. ਵੈਜ ਨੌਨ ਵੈਜ ਥਾਲੀ ਦੇ ਨਾਲ ਨਾਲ ਇਹਨਾਂ ਦੀ ਸਪੈਸ਼ਲਿਟੀ ਹੈ ਅੰਮ੍ਰਿਤਸਰੀ ਕੁਲਚੇ, ਛੋਲੇ ਭਟੂਰੇ, all types of stuffed paranthas, gulab jamuns and hot jalebi. It's open from 10 a.m. till 11 p.m. and it's located in Raven Hall. And ਉਹਨਾਂ ਨੂੰ ਤੁਸੀਂ ਬੁੱਕ ਕਰ ਸਕਦੇ ਹੋ ਕਿਸੇ ਵੀ ਪਾਰਟੀ ਹਾਲ ਲਈ up to 150 people ਤੇ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਵੈਜ ਔਰ ਨਾਨ ਵੈਜ ਕੇਟਰਿੰਗ ਦੇ ਲਈ। ਐਂਡ ਬੱਚਿਆਂ ਲਈ ਇੱਕ ਸਪੈਸ਼ਲ ਪਲੇਗਰਾਉਂਡ ਜਿੱਥੇ ਤੁਹਾਡੇ ਬੱਚੇ ਫ੍ਰੀ ਪਲੇ ਦਾ ਆਨੰਦ ਉਠਾ ਸਕਦੇ ਨੇ। 200 ਕਾਰ ਪਾਰਕਿੰਗ, ਸਪੈਸ਼ਲ ਟੈਕਸੀ ਪਾਰਕਿੰਗਸ and lots of space for trucks. ਇਹਨਾਂ ਸਾਰੀਆਂ ਸੁਵਿਧਾਵਾਂ ਦਾ ਆਨੰਦ ਉਠਾਉਣ ਲਈ ਅੱਜ ਹੀ ਵਿਜ਼ਿਟ ਕਰੋ। ਜੀ ਹਾਂ, ਮੈਮਰੀਜ਼ ਆਫ ਇੰਡੀਆ ਇਨ ਰੈਵਨ ਹਾਲ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਫॉर ਯੂ ਤੇ ਮੈਂ ਹਾਂ ਸਵਾਤੀ ਵੇਗ ਤੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਸਵਾਗਤ ਕਰਦੀ ਹਾਂ। ਤੇ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਪਹਿਲਾਂ ਇਮੀਗ੍ਰੇਸ਼ਨ ਦੇ ਨਵੇਂ ਅਪਡੇਟਸ ਦੇ ਬਾਰੇ, ਜੀ ਹਾਂ, ਉਹਨਾਂ ਅਪਡੇਟਸ ਦੇ ਬਾਰੇ ਅਸੀਂ ਦੁਬਾਰਾ ਤੋਂ ਅਜੇ ਜੀ ਕੋਲ ਚੱਲਦੇ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਕਿ ਬਾਕੀਆਂ ਸਟੇਟਸ ਦੀ ਕੀ ਗੱਲਬਾਤ ਹੈ ਇਸ ਜਿਹੜੇ ਅਪਡੇਟਸ ਆ ਉਹਨਾਂ ਨੂੰ ਲੈ ਕੇ। ਜੀ ਅਜੇ ਜੀ। ਹਾਂਜੀ ਸਵਾਤੀ ਜੀ, ਹੁਣ ਮੈਨੂੰ ਲੱਗਦਾ ਆਪਾਂ ਗੱਲ ਕਰੀਏ ਆਪਣੀ ਹੋਮ ਸਟੇਟ ਵਿਕਟੋਰੀਆ ਦੀ। ਬਿਲਕੁਲ ਜੀ, ਵਿਕਟੋਰੀਆ ਜਿਵੇਂ ਆਪਾਂ ਗੱਲ ਕੀਤੀ ਹੈ ਜੀ, 190 ਲਈ ਉਹਨਾਂ ਕੋਲੇ ਦੂਜੇ ਸੈਕੰਡ ਹਾਈਐਸਟ 2500 ਪਲੇਸਿਸ ਨੇ ਜੀ ਤੇ 491 ਲਈ 1043। ਬੜਾ ਸਟ੍ਰੇਂਜ ਹੈ ਜੀ, ਪਹਿਲਾਂ ਵਿਕਟੋਰੀਆ ਕੋਲੇ ਬੜੀ ਖੁੱਲੀ ਐਲੋਕੇਸ਼ਨ ਰਹੀ ਹੈ 491 ਦੀ ਤੇ ਇਹਨਾਂ ਨੇ ਮੈਨੂੰ ਲੱਗਦਾ ਖੁੱਲੇ ਦਿਲ ਨਾਲ ਦਿੱਤਾ ਵੀ ਇਹ ਸਾਰਿਆਂ ਨੂੰ ਜੀ। ਹੁਣ ਬੜਾ ਹੀ ਘੱਟ ਨੰਬਰ ਹੈ ਇਹਨਾਂ ਕੋਲੇ 491 ਦਾ। ਇਟ ਵੀ ਇੰਟਰਸਟਿੰਗ ਟੂ ਸੀ ਵੀ ਇਹ ਕਿਵੇਂ ਕਰਦੇ ਨੇ ਜੀ। ਹੁਣ ਜਿਹੜੇ ਇਹਨਾਂ ਦੇ ਰੂਲ ਆਏ ਨੇ ਸਵਾਤੀ ਜੀ, ਪਹਿਲਾਂ ਹੀ ਇਹਨਾਂ ਨੇ ਇੰਡੀਕੇਸ਼ਨ ਦੇ ਦਿੱਤੀ ਜਦੋਂ ਇੰਟਰੀਮ ਐਲੋਕੇਸ਼ਨ ਹੋਈ ਸੀ, ਤਕਰੀਬਨ ਇਹਨਾਂ ਨੇ ਉਹਨੂੰ ਹੀ ਐਕਸਟੈਂਸ਼ਨ ਦਿੱਤੀ ਹੈ ਜੀ। ਇਹਨਾਂ ਨੇ ਹੁਣ ਜਿਹੜਾ 491 ਦੇ ਲਈ ਹੈ ਜੀ ਵੀ ਤੁਸੀਂ ਰੀਜਨਲ ਏਰੀਆ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਤੇ 3 ਮਹੀਨੇ ਤੋਂ ਹਾਈਲੀ ਸਕਿਲਡ ਆਕੂਪੇਸ਼ਨ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਹੋ ਜੀ। ਉਹ ਜਿਹੜੇ ਕਿ ਆਕੂਪੇਸ਼ਨ ਹੋਣੀ ਚਾਹੀਦੀ ਹੈਲਥ ਨਾਲ ਰਿਲੇਟਡ, ਮੈਡੀਕਲ ਰਿਸਰਚ ਨਾਲ ਰਿਲੇਟਡ, ਲਾਈਫ ਸਾਇੰਸਿਸ, ਐਗਰੀਕਲਚਰ, ਫੂਡ ਨਾਲ ਰਿਲੇਟਡ ਤੇ ਡਿਜੀਟਲ ਸੈਕਟਰ ਜੀ। ਇਹਨਾਂ ਨੇ ਇੱਕ ਆਕੂਪੇਸ਼ਨਾਂ ਨਹੀਂ ਦਿੱਤੀ ਹੈ ਜੀ, ਇਹਨਾਂ ਨੇ ਸੈਕਟਰ ਦੇ ਜਿਹਦੇ ਵਿੱਚ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ। ਤੇ ਦੂਜੀ ਗੱਲ, ਕੰਮ ਕਰਦੇ ਹੋਣੇ ਚਾਹੀਦੇ ਹੋ, ਤੁਹਾਡੀ ਸਕਿੱਲ ਅਸੈਸਮੈਂਟ ਜਾਂ ਆਕੂਪੇਸ਼ਨ ਉਹਦੇ ਵਿੱਚ ਹੈਗੀ ਹੈ ਨਹੀਂ ਹੈਗੀ, ਇਹਦੇ ਬਾਰੇ ਵੀ ਕੋਈ ਇੰਡੀਕੇਸ਼ਨ ਨਹੀਂ। ਤਾਂ ਜੇ ਤੁਸੀਂ ਇਹਦੇ ਨਾਲ ਰਿਲੇਟਡ ਕੰਮ ਕਰ ਰਹੇ ਹੋ ਤੇ ਤੁਹਾਡੀ ਆਕੂਪੇਸ਼ਨ ਥੋੜੀ ਬਹੁਤ ਵੀ ਇੱਧਰ ਉੱਧਰ ਆਪਣੀ ਨਹੀਂ ਮੈਚ ਕਰਦੀ ਤਾਂ ਮੇਰੇ ਖਿਆਲ ਨਾਲ ਤੁਸੀਂ ਐਲੀਜੀਬਲ ਹੋ ਇਹਦੇ ਲਈ। ਪਰ ਤੁਹਾਡੇ ਬਸ਼ਰਤੇ ਤੁਹਾਡੀ 3 ਮਹੀਨੇ ਦਾ ਐਕਸਪੀਰੀਅੰਸ ਹੋਵੇ ਰੀਜਨਲ ਵਿਕਟੋਰੀਆ ਦੇ ਵਿੱਚ ਤੇ ਤੁਸੀਂ ਉੱਥੇ ਰਹਿ ਰਹੇ ਹੋਵੋ ਜੀ। ਤੇ ਜੇ ਆਪਾਂ 190 ਦੀ ਗੱਲ ਕਰੀਏ, ਉਹਨਾਂ ਨੇ ਕਿਹਾ ਹਾਈਲੀ ਸਕਿਲਡ ਆਕੂਪੇਸ਼ਨ ਹੋਣੀ ਚਾਹੀਦੀ ਹੈ ਜੀ, ਹੈਲਥ ਨਾਲ ਰਿਲੇਟਡ, ਮੈਡੀਕਲ ਰਿਸਰਚ ਤੇ ਲਾਈਫ ਸਾਇੰਸਿਸ ਨਾਲ ਰਿਲੇਟਡ ਜੀ ਹੋਣੀ ਚਾਹੀਦੀ ਹੈ ਜੀ। ਤੇ 6 ਮਹੀਨੇ ਦਾ ਤੁਹਾਡੇ ਕੋਲ ਵਿਕਟੋਰੀਆ ਦੇ ਵਿੱਚ ਐਕਸਪੀਰੀਅੰਸ ਹੋਣਾ ਚਾਹੀਦਾ, ਆਪਣਾ 6 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ। ਤੇ ਨਾਲ ਹੀ ਆਪਣੇ ਕੋਲੇ ਰੈਜ਼ੀਡੈਂਸ ਵਿਕਟੋਰੀਆ ਦੀ। ਇਹ ਚ ਇਹਨਾਂ ਨੇ ਕਿਤੇ ਨਹੀਂ ਲਿਖਿਆ ਵੀ ਤੁਹਾਡੇ ਕੋਲ ਫੁੱਲ ਟਾਈਮ ਐਕਸਪੀਰੀਅੰਸ ਜਾਂ ਪਾਰਟ ਟਾਈਮ, ਤਾਂ ਅਸੀਂ ਅਸਿਊਮ ਕਰ ਰਹੇ ਵੀ ਜੇ 20 ਆਵਰ ਪਰ ਵੀਕ ਵੀ ਆ ਉਹ ਵੀ ਇਹ ਕਾਊਂਟ ਕਰਨਗੇ ਜੀ। ਤੇ ਹੋਰ ਮੈਂ ਇੱਕ ਚੀਜ਼ ਹੋਰ ਦੱਸਣੀ ਸੀ ਜੀ, ਜਿਹੜੀ ਵਿਕਟੋਰੀਆ ਦੇ ਵਿੱਚ ਇਹਨਾਂ ਨੇ ਨਰਸਿਸ ਦੇ ਲਈ ਜਿਹੜੀ ਦੱਸੀ ਹੈ ਜੀ ਆਕੂਪੇਸ਼ਨ, ਉਹਦੇ ਵਿੱਚ ਬੜਾ ਹੀ ਸਟ੍ਰੇਂਜ ਹੈ ਕਿ ਇਹਨਾਂ ਨਰਸਾਂ ਦੀ ਜਿਹੜੀ ਆਕੂਪੇਸ਼ਨਾਂ ਨੇ ਲਿਸਟ ਘਟਾ ਦਿੱਤੀ ਹੈ ਜੀ। ਇਹ ਸਿਰਫ ਮਿਡਵਾਈਫ, ਰਜਿਸਟਰਡ ਨਰਸ ਇਨ ਏਜ ਕੇਅਰ, ਰਜਿਸਟਰਡ ਨਰਸ ਇਨ ਕ੍ਰਿਟੀਕਲ ਕੇਅਰ ਐਂਡ ਐਮਰਜੈਂਸੀ, ਰਜਿਸਟਰਡ ਨਰਸ ਇਨ ਮੈਂਟਲ ਹੈਲਥ ਤੇ ਰਜਿਸਟਰਡ ਨਰਸ ਪੈਰੀ ਆਪਰੇਟਿਵ ਦੇ ਵਿੱਚ ਨੂੰ ਹੀ ਇਸ ਟਾਈਮ ਨੋਮੀਨੇਟ ਕਰ ਰਹੇ ਨੇ। ਬਟ ਗਿਵਨ ਦਾ ਨੰਬਰ ਇਜ਼ ਵੈਰੀ ਹਾਈ ਕਿ ਇਹਨਾਂ ਕੋਲ 2500 ਨੰਬਰ ਹੈ, ਤਾਂ ਮੇਰੇ ਖਿਆਲ ਨਾਲ ਇਹ ਲਿਮਟਿਡ ਨਰਸਾਂ ਨੂੰ ਪੂਰਾ ਕਰਨਾ ਔਖਾ ਹੋਊਗਾ ਤੇ ਇਹ ਫਿਊਚਰ ਦੇ ਵਿੱਚ ਆਪਣਾ 5 ਜਨਵਰੀ ਤੋਂ ਬਾਅਦ ਲਿਸਟ ਐਕਸਪੈਂਡ ਹੋ ਸਕਦੀ ਹੈ। ਤਾਂ ਜੇ ਤੁਸੀਂ ਜਿਹੜੇ ਕਿ ਆਪਣੇ ਭਾਈਚਾਰਾ ਬਹੁਤ ਜ਼ਿਆਦਾ ਰਜਿਸਟਰਡ ਨਰਸ NEC ਦੇ ਵਿੱਚ ਸਕਿੱਲ ਅਸੈਸਮੈਂਟ ਵਾਲਾ ਹੈਗਾ, ਤਾਂ ਮੇਰੇ ਖਿਆਲ ਨਾਲ ਘਬਰਾ ਦੀ ਲੋੜ ਨਹੀਂ। ਤੁਸੀਂ ਆਪਣਾ 6 ਮਹੀਨੇ ਦਾ ਐਕਸਪੀਰੀਅੰਸ ਪੂਰਾ ਕਰੋ ਤੇ ਥੋੜਾ ਵੇਟ ਕਰੋ ਤੇ ਇਹ ਲਿਸਟ ਐਕਸਪੈਂਡ ਹੋਊਗੀ ਜੀ। ਬਿਲਕੁਲ ਜੀ। ਤੇ ਜੇ ਅਸੀਂ ਕਮੈਂਟ ਲਈਏ ਮਾਨ ਐਂਜਲ ਜੀ ਦਾ, ਜਿਨ੍ਹਾਂ ਨੇ ਸਾਨੂੰ ਪਹਿਲਾਂ ਵੀ ਭੇਜਿਆ ਸੀਗਾ ਤੇ ਤੁਸੀਂ ਉਹਨਾਂ ਨੂੰ ਦੱਸਿਆ ਸੀਗਾ ਕਿ ਉਹਨਾਂ ਨੂੰ ਫਰਦਰ ਜੇ ਇਨਫੋਰਮੇਸ਼ਨ ਪ੍ਰੋਵਾਈਡ ਕਰਨ, ਤੇ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਇਹ ਦਿੱਤੀ ਹੈ ਕਿ ਹਾਈ ਆਈ ਆਲਰੇਡੀ ਹੈਵ EMPLOYER ਸਕਿੱਲ ਅਸੈਸਮੈਂਟ ਐਂਡ 6 ਈਚ ਐਂਡ ਵਾਟਸ ਮਾਈ EMPLOYER ਹੈਵ ਟੂ ਸ਼ੋ। EMPLOYER ਨੂੰ ਇਹ ਸ਼ੋ ਕਰਨਾ ਪੈਣਾ ਜੀ ਕਿ ਉਹ ਲੈਜੀਟਿਮੇਟ ਬਿਜ਼ਨਸ ਰਨ ਕਰ ਰਿਹਾ, ਪ੍ਰੋਫਿਟੇਬਲ ਬਿਜ਼ਨਸ ਰੀਜਨਲ ਦੇ ਵਿੱਚ ਕੰਮ ਕਰ ਰਿਹਾ ਜੀ, ਤੇ ਉਹਨੂੰ ਵਾਕਈ ਹੀ ਪੇਸਟਰੀ ਸ਼ੈਫ ਦੀ ਲੋੜ ਆ ਜੀ। ਪੇਸਟਰੀ ਸ਼ੈਫ ਮਤਲਬ ਕਿ ਜੇ ਤਾਂ ਉਹ ਆਪਣਾ ਬੇਕਰੀ ਨਾਲ ਬਿਜ਼ਨਸ ਰਨ ਕਰ ਰਿਹਾ ਤਾਂ ਇਹ ਪੋਜੀਸ਼ਨ ਆਪਣੇ ਆਪ ਵਿੱਚ ਪੂਰੀ ਕਰਨੀ ਬੜੀ ਸੌਖੀ ਹੁੰਦੀ ਆ। ਪਰ ਇਹ 'ਚ ਕੁਝ ਹੋਰ ਧਿਆਨ ਦੇਣ ਦਾ ਲੋੜ ਹੈ ਜੀ ਕਿ ਬਿਜ਼ਨਸ ਘਾਟੇ ਵਿੱਚ ਨਾ ਗਿਆ ਹੋਵੇ, ਉਹਨੇ ਕੋਈ ਪਰਮਾਨੈਂਟ ਬੰਦਾ ਰੀਸੈਂਟਲੀ ਰਿਡੰਡੈਂਟ ਨਾ ਕੀਤਾ ਹੋਵੇ, ਤੇ ਇਹਨਾਂ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ ਜੀ। ਤੇ ਨਾਲ ਹੀ ਸਾਨੂੰ ਪੁੱਛ ਰਹੇ ਨੇ ਵਾਈਵੀ ਤਿਆਗੀ ਜੀ, ਕਹਿ ਰਹੇ ਗੁੱਡ ਈਵਨਿੰਗ ਟੂ ਆਲ ਸਰ,
mechanical engineer from Sydney 4-year course, residing there only for last 4 years, presently with 75 points, how to go for 491, please advise, regards। ਤੇ ਨਾਲ ਉਹ ਵੀ ਕਹਿ ਰਹੇ ਨੇ ਕਿ he is holding 485 at the moment। ਤਿਆਗੀ ਜੀ 75 ਪੁਆਇੰਟ ਨਿਊ ਸਾਊਥ ਵੇਲ ਦੇ ਹਿਸਾਬ ਨਾਲ ਘੱਟ ਨਹੀਂ, ਪਰ ਮਕੈਨੀਕਲ ਇੰਜੀਨੀਅਰ ਕਿਉਂਕਿ PMSL ਲਿਸਟ ਦੇ ਵਿੱਚ ਆ ਤਾਂ ਚਾਂਸਿਸ ਥੋੜੇ ਜਿਹੇ ਬ੍ਰਾਈਟ ਨੇ ਜੀ। ਤੁਸੀਂ ਟਰਾਈ ਕਰੋ ਕਿ ਆਪਣੇ 8 ਹੀ ਚ ਲੈ ਕੇ ਜਾਂ ਹੋਰ ਵੀ ਕਿਸੇ ਤਰੀਕੇ ਨਾਲ ਆਪਣੇ ਪੁਆਇੰਟ 85 ਜਾਂ 90 ਦੀ ਰੇਂਜ ਵਿੱਚ ਕਰ ਲਓ ਤਾਂ ਕਿ ਤੁਹਾਡੇ ਚਾਂਸ ਵਧ ਜਾਣ ਜੀ। ਥੈਂਕ ਯੂ ਜੀ। ਤੇ ਜੇ ਅਜੇ ਜੀ ਹੁਣ ਥੋੜਾ ਜਿਹਾ ਸਵਾਲ ਅਸੀਂ ਵਿਜੇ ਜੀ ਕੋ ਵੀ ਪੁੱਛ ਲਈਏ ਜੀ। ਵਿਜੇ ਜੀ ਇਹ ਅਸੀਂ ਗੱਲ ਕਰ ਰਹੇ ਸੀ 190 491 ਬਾਰੇ। ਹੁਣ ਤੁਸੀਂ ਇਹ ਦੱਸੋ ਕਿ ਨਰਸਿੰਗ ਬਾਰੇ ਤਾਂ ਅਸੀਂ ਗੱਲ ਕਰ ਲਈ ਕਿ ਨਰਸਿੰਗ ਦਾ ਜਿਹੜਾ ਸਕੋਪ ਆ ਉਹ ਵਧੀਆ ਆ ਐਡੀਲੇਡ ਦੇ ਵਿੱਚ, ਪਰ ਇਸ ਦੇ ਨਾਲ ਹੋਰ ਕਿਹੜੇ ਜਿਹੜੇ ਟ੍ਰੇਡ ਜਿਹੜੇ ਆਕਿਊਪੇਸ਼ਨਸ ਨੇ ਤੁਸੀਂ ਸੁਜੈਸਟ ਕਰਦੇ ਹੋ ਸਾਡੀ ਆਡੀਅנס ਨੂੰ ਜਿਹੜੇ ਉਹਨਾਂ ਨੂੰ ਲੈਣੇ ਚਾਹੀਦੇ ਨੇ ਤੇ ਜਿਹੜੇ ਫਾਇਦੇਮੰਦ ਵੀ ਹੋ ਸਕਦੇ ਫਿਊਚਰ ਵਿੱਚ ਉਹਨਾਂ ਜੇ ਆਪਾਂ ਟ੍ਰੇਡ ਕੋਰਸ ਦੀ ਗੱਲ ਕਰੀਏ ਐਡੀਲੇਡ ਦੇ ਵਿੱਚ ਕਾਫੀ ਟ੍ਰੇਡ ਕੋਰਸ ਅਵੇਲੇਬਲ ਨੇ, ਜਿਵੇਂ ਕਿ ਕੁਕਰੀ ਹੋ ਗਿਆ, ਆਟੋਮੋਟਿਵ, ਪੇਂਟਿੰਗ, ਹਾਰਟੀਕਲਚਰ ਐਂਡ ਕਾਰਪੈਂਟਰੀ, ਸਾਰੇ ਕੋਰਸ ਅਵੇਲੇਬਲ ਨੇ ਹੁਣ ਤੱਕ ਜਿਹੜੇ ਮੈਲਬਨ ਦੇ ਵਿੱਚ ਤਕਰੀਬਨ ਆਲਮੋਸਟ ਸਾਰੇ ਅਵੇਲੇਬਲ ਹੈ। ਵੈਲਡਿੰਗ ਹੈਗਾ ਜੀ, ਬ੍ਰਿਕਲੇਇੰਗ ਹੈਗਾ, ਵੈਲਡਿੰਗ ਹੈਗਾ, TFS ਦੇ ਵਿੱਚ, TFS ਦੇ ਵਿੱਚ ਬ੍ਰਿਕਲੇਇੰਗ ਵੀ ਹੈ ਜੀ। ਤੇ ਜਿਹੜਾ ਸਭ ਤੋਂ ਜ਼ਿਆਦਾ ਪਪੂਲਰ ਉੱਥੇ ਚੱਲ ਰਿਹਾ ਐਡੀਲੇਡ ਦੇ ਵਿੱਚ ਸਾਰੇ ਹੀ ਜਿਹੜੇ ਟ੍ਰੇਡ ਆਕਿਊਪੇਸ਼ਨਸ ਤੁਸੀਂ ਕਹਿ ਸਕਦੇ ਹੋ ਜ਼ਿਆਦਾ ਪਪੂਲਰ ਜਿਹਦੀ ਆਪਾਂ ਜੇ ਗੱਲ ਕਰੀਏ ਤਾਂ ਜੀ ਕੁਕਰੀ ਹੋ ਗਿਆ, ਆਟੋਮੋਟਿਵ ਹੋ ਗਿਆ, ਪੇਂਟਿੰਗ ਤੇ ਕਾਰਪੈਂਟਰੀ, ਆ 4 ਕੋਰਸ ਕਾਫੀ ਪਪੂਲਰ ਨੇ ਜੀ। ਤੇ ਜਿਹੜੀ COE ਉਹ ਛੇਤੀ ਮਿਲ ਜਾਂਦੀ ਹੈ ਕਾਲਜ ਹਾਂਜੀ, ਵੈਰੀ ਨੈਕਸਟ ਡੇ COE ਅਵੇਲੇਬਲ ਹੈ। ਔਰ ਰੀਅਲੀ ਤੇ ਫੀਸ ਸਟਰਕਚਰ ਜਿਹੜਾ ਸਾਰਿਆਂ ਦਾ ਸਟਰਕਚਰ ਜੇ ਅਫੋਰਡੇਬਲ ਆਪਾਂ ਗੱਲ ਕਰੀਏ ਐਡੀਲੇਡ ਥੋੜਾ ਹਾਈ ਹੈ ਤਾਂ ਫੀਸ ਸਟਰਕਚਰ ਨੀਅਰ ਅਬਾਊਟ, ਜੇ ਆਪਾਂ ਕਾਰਪੈਂਟਰੀ ਦੀ ਗੱਲ ਕਰੀਏ ਕਾਰਪੈਂਟਰੀ ਦਾ ਫੀਸ ਸਟਰਕਚਰ $20 ਤੋਂ $22,000 ਹੈ ਜੀ ਪੂਰੇ ਕੋਰਸ ਦੀ ਫੀਸ। ਜੇ ਆਪਾਂ ਕੁਕਰੀ ਦੀ ਗੱਲ ਕਰੀਏ ਤਾਂ ਕੁਕਰੀ ਦਾ 15,000 ਤੋਂ 18,000 ਦੇ ਵਿੱਚ ਵੀ ਹੈਗਾ ਜੀ। ਜੇ ਆਪਾਂ ਆਟੋਮੋਟਿਵ ਦੀ ਗੱਲ ਕਰੀਏ 22,000 ਤੋਂ 25,000 ਦੇ। ਤੇ ਫਾਸਟ ਟਰੈਕ ਦੇ ਵਿੱਚ ਜੇ ਕੋਰਸ ਕਰਨਾ ਹੋਵੇ ਫਾਸਟ ਟਰੈਕ ਤੇ ਕੋਰਸ ਕਰਨਾ ਜੀ, ਕੁਕਰੀ ਦਾ ਕੋਰਸ ਅਵੇਲੇਬਲ ਹੈ 14,000 ਦੇ ਵਿੱਚ ਜੀ। ਜੇ ਆਟੋਮੋਟਿਵ ਦਾ ਕੋਰਸ ਕਰਨਾ ਜੀ, ਆਟੋਮੋਟਿਵ ਦਾ ਮਿਲ ਜੂਗਾ ਜੀ 12,000 ਦੇ ਵਿੱਚ ਜੀ। ਗੁੱਡ ਟੂ ਨੋ ਅਬਾਊਟ ਇਟ, ਥੈਂਕ ਯੂ ਸੋ ਮਚ ਵਿਜੇ ਜੀ। ਤੇ ਅਸੀਂ ਮੁੜ ਵਾਪਸ ਆਉਂਦੇ ਆ ਆਪਣੀ ਸਟੇਟਸ ਦੇ ਵੱਲ ਜੀ ਅੱਜ ਜੀ। ਤੇ ਅਸੀਂ ਜਿਹੜੀ ਕਵਰ ਕਰ ਲਈ ਸੀ ਨਿਊ ਸਾਊਥ ਵੇਲ ਤੇ ਵਿਕਟੋਰੀਆ ਦੀ ਵੀ ਅਸੀਂ ਆਲਮੋਸਟ ਕਵਰ ਕਰ ਲਈ ਸੀ ਜੀ। ਹਾਂ, ਜੇ ਅਸੀਂ ਤਸਮਾਨੀਆ ਵੱਲ ਮੂਵ ਕਰੀਏ ਜੀ। ਹਾਂਜੀ ਹਾਂਜੀ, ਤਸਮਾਨੀਆ ਅਗਲਾ ਨੰਬਰ ਤਸਮਾਨੀਆ ਦਾ ਜੀ। ਇਹਦੇ ਵਿੱਚ ਤਸਮਾਨੀਆ ਨੂੰ 491 ਦੀ ਬੜੀ ਐਲੋਕੇਸ਼ਨ ਮਿਲੀ ਹੈ ਜੀ, 1400 ਸੀਟਾਂ ਮਿਲੀਆਂ ਨੇ ਜੀ। 190 ਦੀ ਇਹਨਾਂ ਕੋਲ 1000 ਕੁ ਸੀਟਾਂ ਨੇ ਜੀ। ਇਹਦੇ ਵਿੱਚ ਇਹ ਕਹਿ ਰਹੇ ਨੇ ਵੀ ਅਸੀਂ 25% ਆਲਰੇਡੀ ਜਦੋਂ ਇੰਟਰੀਮ ਐਲੋਕੇਸ਼ਨ ਹੋਈ ਸੀ ਉਹ ਅਸੀਂ ਯੂਜ਼ ਕਰ ਚੁੱਕੇ ਹਾਂ ਜੀ। ਤੇ ਇਹ ਸਿਰਫ ਉਹਨਾਂ ਨੂੰ ਹੀ ਨੋਮੀਨੇਟ ਕਰਨਗੇ ਜਿਹੜੇ ਕਿ ਡਾਇਰੈਕਟਲੀ ਆਪਣੇ ਕਰੋਨਾ ਦੇ ਰਿਸਪੌਂਸ ਦੇ ਵਿੱਚ ਜਾਂ ਹੈਲਥ ਆਪਣਾ ਸੈਕਟਰ ਦੇ ਨਾਲ ਜੁੜੇ ਹੋਏ ਨੇ ਜੀ। ਤਾਂ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਜਿਹੜਾ ਜੁੜਿਆ ਹੋਇਆ, ਚਾਹੇ ਉਹ ਆਪਣਾ ਸਪੋਰਟ ਵਰਕਰ ਆ, ਐਨਰੋਲਡ ਨਰਸ ਆ, ਰਜਿਸਟਰਡ ਨਰਸ ਆ, ਏਡ ਕੇਅਰ, ਡਿਸੇਬਿਲਿਟੀ ਜਾਂ ਕਮਿਊਨਿਟੀ ਕੇਅਰ ਦੇ ਵਿੱਚ ਲੱਗਿਆ ਹੋਇਆ, ਉਹਨਾਂ ਨੂੰ ਇਹ ਪ੍ਰਮੋਟ ਮਤਲਬ ਉਹਨਾਂ ਨੂੰ ਇਹ ਆਪਣਾ ਐਲੋਕੇਟ ਕਰਨਗੇ ਤਾਂ ਕਿ ਉਹਨਾਂ ਨੂੰ ਇਹ ਸਟੇਜ ਸਪਾਂਸਰਸ਼ਿਪ ਦੇਣਗੇ ਜੀ। ਉਹਦੇ ਲਈ ਇਹਨਾਂ ਨੇ ਇੱਕ ਚੀਜ਼ ਸ਼ਰਤ ਜ਼ਰੂਰ ਰੱਖੀ ਆ ਜੀ ਕਿ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਆ ਘੱਟੋ ਘੱਟ ਡਿਪਲੋਮਾ ਲੈਵਲ ਹੋਣੀ ਚਾਹੀਦੀ ਆ। ਤਾਂ ਦੋਸਤੋ ਜੇ ਤੁਸੀਂ ਕੰਸੀਡਰ ਕਰ ਰਹੇ ਹੋ ਤਸਮਾਨੀਆ ਜਾ ਕੇ ਪੜ੍ਹਾਈ ਕਰਨ ਲਈ ਤਾਂ ਮੇਕ ਸ਼ੋਰ ਜਿਹੜੀ ਵੀ ਪੜ੍ਹਾਈ ਕਰ ਰਹੇ ਹੋ ਘੱਟੋ ਘੱਟ ਡਿਪਲੋਮਾ ਲੈਵਲ ਦੀ ਹੋਵੇ। ਤਾਂ Cert 3 ਇਨ ਏਜ ਕੇਅਰ ਜਾਂ Cert 3 ਇਨ ਕਮਿਊਨਿਟੀ ਸਰਵਿਸ ਅਨਫ ਨਹੀਂ ਹੋਊਗਾ, ਤੁਹਾਨੂੰ ਡਿਪਲੋਮਾ ਇਨ ਏਜ ਕੇਅਰ ਜਾਂ ਡਿਪਲੋਮਾ ਆਫ ਕਮਿਊਨਿਟੀ ਸਰਵਿਸ, ਡਿਪਲੋਮਾ ਆਫ ਨਰਸਿੰਗ ਕਰਨਾ ਪੈਣਾ ਜੀ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇੰਟਰਸਟਿੰਗ ਮਤਲਬ ਕਿ ਵੀ ਇਹ ਜਿਹੜੇ ਬਾਕੀ ਸਟੇਟਾਂ ਨਾਲ ਡਿਫਰ ਕਰ ਰਹੇ ਨੇ ਜੀ, ਇਹਨਾਂ ਨੇ ਸਪੈਸ਼ਲੀ ਕਿਹਾ ਤੇ ਕੁੱਕ ਤੇ ਸ਼ੈਫ ਵੀ ਇੰਟਰਿਮ ਪ੍ਰੋਗਰਾਮ ਦੇ ਵਿੱਚ ਇਨਕਲੂਡ ਨੇ ਜੀ। ਬਟ ਉਹ ਜਿਹੜੇ ਕੁੱਕ ਜਾਂ ਸ਼ੈਫ ਨੇ ਉਹ ਇੱਕ ਕਿਸੇ ਚੰਗੇ ਆਪਣਾ ਰੈਸਟੋਰੈਂਟ ਜਾਂ ਹੋਟਲ ਦੇ ਵਿੱਚ ਕੰਮ ਕਰਦੇ ਹੋਣੇ ਚਾਹੀਦੇ ਨੇ। ਲਿਮਟਿਡ ਸਰਵਿਸ ਵਾਲੇ ਰੈਸਟੋਰੈਂਟਾਂ ਦੇ ਵਿੱਚ ਜਿਵੇਂ ਸੂਸ਼ੀ ਮੇਕਰ, ਪੀਜ਼ਾ ਮੇਕਰ ਵਾਲਿਆਂ ਨੂੰ ਇਹ ਇਨਕਲੂਡ ਨਹੀਂ ਕਰਨਗੇ। ਤਾਂ ਦੋਸਤੋ ਜੇ ਤੁਸੀਂ ਉੱਥੇ ਕੁੱਕ ਜਾਂ ਸ਼ੈਫ ਦਾ ਕੰਮ ਕਰ ਰਹੇ ਹੋ ਪਿਛਲੇ 3 ਮਹੀਨੇ ਜਾਂ 6 ਮਹੀਨੇ ਤੋਂ ਤਾਂ ਤੁਹਾਡੇ ਲਈ ਚੰਗੀ ਖਬਰ ਹੈ, ਤੁਹਾਨੂੰ ਆਪਣਾ ਸਟੇਟ ਸਪਾਂਸਰਸ਼ਿਪ ਅਪਲਾਈ ਕਰਨੀ ਚਾਹੀਦੀ ਹੈ ਜੀ। ਜੀ ਬਿਲਕੁਲ ਜੀ। ਤੇ I think that's about it ਤਸਮਾਨੀਆ ਦੇ ਲਈ। ਤੇ ਕੁਈਨਜ਼ਲੈਂਡ ਵੱਲ ਚੱਲਦੇ ਹਾਂ ਜੀ ਫਿਰ। ਹਾਂਜੀ, ਕੁਈਨਜ਼ਲੈਂਡ ਦੇ ਵਿੱਚ ਸੱਚ ਇੱਕ ਚੀਜ਼ ਹੋਰ ਤਸਮਾਨੀਆ ਵਾਲੇ ਇਹਨਾਂ ਨੇ ਜਿਹੜਾ ਆਪਣਾ ਦੁਬਾਰਾ ਤੋਂ ਆਪਸ਼ਨ ਖੋਲਣੀ ਹੈ ਉਹ ਲੇਟ ਜਨਵਰੀ ਦੇ ਵਿੱਚ ਖੋਲਣੀ ਹੈ ਜੀ, ਤਾਂ ਟੁਵਾਰਡਸ ਐਂਡ ਆਫ ਜਨਵਰੀ ਜੀ। ਤੇ ਰਹੀ ਗੱਲ ਕੁਈਨਜ਼ਲੈਂਡ ਦੀ ਜੀ, ਕੁਈਨਜ਼ਲੈਂਡ ਨੇ ਹਜੇ ਇੱਕੋ ਹੀ ਆਪਣੀ ਸਟਰੀਮ ਖੋਲੀ ਆ ਜੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ, ਕੁਈਨਜ਼ਲੈਂਡ ਦਾ ਬਿਜ਼ਨਸ ਵੀਜ਼ਾ ਜੀ। ਠੀਕ ਹੈ ਜੀ, ਸਮਾਲ ਬਿਜ਼ਨਸ ਵੀਜ਼ਾ ਇਹਨਾਂ ਨੇ ਖੋਲਿਆ ਜੀ। ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਜੀ ਆਪਣਾ ਸੈਕਿੰਡ ਜੀ ਹਾਂਜੀ ਕੁਈਨਜ਼ਲੈਂਡ ਨੇ ਕਿਹਾ ਕਿ ਜੇ ਤੁਸੀਂ ਕੁਈਨਜ਼ਲੈਂਡ ਦੇ ਵਿੱਚ ਜਾ ਕੇ ਆਪਣਾ ਬਿਜ਼ਨਸ ਰਨ ਕਰਦੇ ਹੋ, ਠੀਕ ਹੈ ਜੀ, ਤਾਂ ਤੁਸੀਂ ਆਪਣਾ 491 ਦੇ ਲਈ ਐਲੀਜੀਬਲ ਹੋ ਸਕਦੇ ਹੋ। ਉਹਦੀਆਂ ਸ਼ਰਤਾਂ ਨੇ ਜੀ, ਤੁਸੀਂ ਆਪਣੇ 6 ਮਹੀਨੇ ਤੋਂ ਆਪਣਾ ਬਿਜ਼ਨਸ ਰਨ ਕਰਦੇ ਹੋਣੇ ਚਾਹੀਦੇ, ਤੁਹਾਡੇ ਕੋਲ ਬਿਜ਼ਨਸ ਐਕਸਪੀਰੀਅੰਸ ਹੋਣਾ ਚਾਹੀਦਾ ਜੀ, ਤੁਹਾਡੇ ਕੋਲ ਵੀਜ਼ਾ ਜਿਹੜਾ ਹੋਣਾ ਚਾਹੀਦਾ ਫੁੱਲ ਟਾਈਮ ਵਰਕ ਰਾਈਟ ਹੋਣੇ ਚਾਹੀਦੇ ਨੇ ਜੀ। ਤਾਂ ਜੇ ਤੁਸੀਂ ਸਟੂਡੈਂਟ ਵੀਜ਼ੇ ਤੇ ਹੋ ਜਾਂ ਕਿਸੇ ਸਟੂਡੈਂਟ ਵੀਜ਼ੇ MRT ਤੇ ਹੋ ਤਾਂ ਅਨਫੋਰਚੂਨੇਟਲੀ ਤੁਸੀਂ ਇਸ ਸਟਰੀਮ ਲਈ ਐਲੀਜੀਬਲ ਨਹੀਂ ਹੈਗੇ, ਕਿਉਂਕਿ ਜਿਹੜਾ ਤੁਹਾਡਾ ਵੀਜ਼ਾ ਹੈ ਉਹ
ਇਸ ਚੀਜ਼ ਨੂੰ ਸਪੋਰਟ ਦਾ ਜਿਹੜਾ ਤੁਹਾਡਾ ਵੀਜ਼ਾ ਉਹਦੇ ਨਾਲ ਅਸੀਂ ਫੁੱਲ ਟਾਈਮ ਵਰਕ ਰਾਈਟ ਨਹੀਂ ਹੈਗੇ ਤੁਹਾਡੇ ਕੋਲੇ ਜੀ ਤੁਸੀਂ ਰੀਜਨਲ ਏਰੀਆ ਵਿੱਚੋਂ ਐਗਜ਼ਿਸਟਿੰਗ ਬਿਜ਼ਨਸ ਵੀ ਪਰਚੇਜ਼ ਕਰ ਸਕਦੇ ਹੋ ਜੀ ਤੇ ਥੋੜੀ ਇਨਵੈਸਟਮੈਂਟ ਮਿਨੀਮਮ 100,000 ਹੋਣੀ ਚਾਹੀਦੀ ਹੈ ਜੀ ਤੇ ਦੂਜੀ ਗੱਲ ਦੋਸਤੋ ਜਿਹੜਾ ਬਿਜ਼ਨਸ ਹੈ ਉਹ 100% ਤੁਹਾਡੇ ਨਾਮ ਤੇ ਹੋਣਾ ਚਾਹੀਦਾ ਤਾਂ ਜੁਆਇੰਟ ਵੈਂਚਰ ਕਿ ਤੁਸੀਂ ਆਪਣੇ ਭਾਈ ਨਾਲ ਖੋਲ ਰਹੇ ਹੋ ਜਾਂ ਪਾਰਟਨਰਸ਼ਿਪ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਐਲੀਜੀਬਲ ਨਹੀਂ ਹੈਗੇ ਜੀ ਠੀਕ ਹੈ ਜੀ ਤੇ ਘੱਟੋ ਘੱਟ ਇੱਕ ਕਿਹੜਾ EMPLOYEE ਆ ਉਹ ਆਸਟ੍ਰੇਲੀਅਨ ਰੈਜ਼ੀਡੈਂਟ ਹੋਣਾ ਚਾਹੀਦਾ ਜਿਹੜਾ ਕਿ ਮਿਨੀਮਮ 20 ਘੰਟੇ ਪਰ ਵੀਕ ਉੱਥੇ ਕੰਮ ਕਰਦਾ ਹੋਣਾ ਚਾਹੀਦਾ ਜੀ ਤੇ ਤੁਹਾਡੇ ਕੋਲੇ ਸਫੀਸ਼ੀਐਂਟ ਫੰਡ ਹੋਣੇ ਚਾਹੀਦੇ ਨੇ ਤੇ ਕੁਝ ਦਿਨ ਹਜੇ ਸੈਕਸ਼ਨ 48 ਵਾਲਿਆਂ ਨੂੰ ਜਿਨ੍ਹਾਂ ਦੇ ਵੀਜ਼ਾ ਪਹਿਲਾਂ ਰਿਫਿਊਜ਼ ਆ ਉਹਨਾਂ ਨੂੰ ਸਪੋਰਟ ਨਹੀਂ ਕਰ ਰਿਹਾ ਤਾਂ ਜੇ ਤੁਹਾਡਾ ਅਨਫੋਰਚੂਨਟਲੀ ਵੀਜ਼ਾ ਰਿਫਿਊਜ਼ ਆ ਤਾਂ ਤੁਸੀਂ ਇਹਦੇ ਵਿੱਚ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੈਗੇ ਜੀ ਤੇ ਜੇ ਤੁਸੀਂ ਇਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਜੀ ਤਾਂ ਉਹਨਾਂ ਦੀ ਵੈਬਸਾਈਟ ਤੇ ਫਾਰਮ ਦਿੱਤਾ ਹੋਇਆ ਜੀ 491 ਬਿਜ਼ਨਸ ਅਸੈਸਮੈਂਟ ਫਾਰਮ ਤੁਸੀਂ ਉਹ ਫਾਰਮ ਭਰ ਕੇ ਅਪਲਾਈ ਕਰੋ ਜੇ ਉਹਨਾਂ ਨੂੰ ਠੀਕ ਲੱਗਿਆ ਜੀ ਉਹ ਤੁਹਾਨੂੰ ਅੱਗੇ ਫੁੱਲ ਐਪਲੀਕੇਸ਼ਨ ਬਣਾਉਣ ਦੇ ਲਈ ਇਨਵਾਈਟ ਕਰਨਗੇ ਤੇ ਜਦੋਂ ਤੁਸੀਂ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੰਦੇ ਹੋ ਤਾਂ ਤੁਹਾਨੂੰ ਐਲੋਕੇਸ਼ਨ ਮਿਲ ਜਾਣੀ ਹੈ ਤੇ ਤੁਸੀਂ ਆਪਣਾ ਵੀਜ਼ਾ 491 ਜਿਹੜਾ ਕਿ ਅਪਲਾਈ ਕਰ ਸਕਦੇ ਹੋ ਜੀ ਤੇ ਅਜੇ ਜੀ ਇਸ ਦੇ ਨਾਲ ਹੀ ਆਪਾਂ ਗੱਲ ਕੀਤੀ ਸੀਗੀ ਕਿ ਇਹ ਸਪੈਸ਼ਲੀ 190 ਤੇ 491 ਵੀਜ਼ਾਸ ਤੇ ਇਹਦੇ ਨਾਲ ਜਿਹੜਾ ਪ੍ਰਭਾਵ ਆ ਜਿਹੜੇ ਦੂਸਰੇ ਜਿਹੜੇ ਜੌਬ ਜਿਹੜੇ ਕਹਿ ਸਕਦੇ ਆ ਟ੍ਰੇਡ ਕੋਰਸਿਸ ਤੇ ਉਹਨਾਂ ਤੇ ਕਿਸ ਹੱਦ ਤੱਕ ਗਿਆ ਹੋਊਗਾ ਦੇਖੋ ਟ੍ਰੇਡ ਕੋਰਸ ਵਾਲਿਆਂ ਨਾਲ ਤਾਂ ਇਸ ਟਾਈਮ ਗਵਰਨਮੈਂਟ ਦੇ ਸਾਰੇ ਸਟੇਟਾਂ ਨੇ ਮਿਲ ਕੇ ਜਿਵੇਂ ਕਹੀਏ ਥੋੜਾ ਜਿਹਾ ਮਜ਼ਾਕ ਹੀ ਕੀਤਾ ਜੀ ਕਿਉਂਕਿ ਤਸਮਾਨੀਆ ਛੱਡ ਕੇ ਹੋਰ ਕਿਸੇ ਵੀ ਤਸਮਾਨੀਆ ਤੇ ਕੁਇਨਜ਼ਲੈਂਡ ਨੂੰ ਛੱਡ ਕੇ ਹੋਰ ਕਿਸੇ ਵੀ ਸਟੇਟ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਹਜੇ ਟ੍ਰੇਡ ਕੋਰਸ ਨਹੀਂ ਹੈਗੇ ਜੀ ਪਰ ਅਸੀਂ ਉਮੀਦ ਕਰਦੇ ਹਾਂ ਚੀਜ਼ਾਂ ਚੇਂਜ ਹੋਣਗੀਆਂ ਕਿਉਂਕਿ ਮੈਨੂੰ ਲੱਗਦਾ ਰੀਜਨਲ ਏਰੀਆ ਦੇ ਵਿੱਚ ਕਿਸੇ ਵੀ ਹਾਈਲੀ ਸਕਿਲਡ IT ਗ੍ਰੈਜੂਏਟ ਨਾਲ ਇੱਕ ਕੁੱਕ ਜਾਂ ਸ਼ੈਫ ਜਾਂ ਅਕਾਊਂਟੈਂਟ ਆਪਣਾ ਕੁੱਕ ਜਾਂ ਸ਼ੈਫ ਜਾਂ ਮੋਟਰ ਮਕੈਨਿਕ ਦੀ ਲੋੜ ਵੱਧ ਹੁੰਦੀ ਆ ਤਾਂ ਜੇ ਇਹਨਾਂ ਨੇ ਡਿਵੈਲਪ ਕਰਨਾ ਤਾਂ ਇਹਨਾਂ ਨੂੰ ਟ੍ਰੇਡਸ ਨੂੰ ਸਪਾਂਸਰ ਕਰਨਾ ਹੀ ਪੈਣਾ ਜੀ ਤਾਂ ਕਿ ਬਥੇਰੇ ਲੋਕ ਆਪਣੇ ਜਿਹੜੇ ਸਕਿਲਡ ਵਰਕਰ ਨੇ ਉਹ ਟ੍ਰੇਡ ਰੀਜਨਲ ਦੇ ਵਿੱਚ ਮੂਵ ਹੋਣ ਤੇ ਉਹਦੀ ਤਰੱਕੀ ਦੇ ਵਿੱਚ ਹਿੱਸਾ ਪਾਣ ਤਾਂ ਦੋਸਤੋ ਜੇ ਤੁਸੀਂ ਕਰ ਰਹੇ ਹੋ ਜਾਂ ਕਰ ਚੁੱਕੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਜੁਲਾਈ ਤੱਕ ਸਬਰ ਕਰੋ ਨਵੇਂ ਰੂਲਾਂ ਦੇ ਵਿੱਚ ਜ਼ਰੂਰ ਤੁਹਾਨੂੰ ਸ਼ਾਮਲ ਕੀਤਾ ਜਾਊਗਾ ਪਹਿਲਾਂ ਵੀ ਕੀਤਾ ਜੀ ਤੇ ਹੁਣ ਵੀ ਕੀਤਾ ਜਾਊਗਾ ਜੀ ਤੇ ਇਸ ਦੇ ਨਾਲ ਹੀ ਜੇ ਗੱਲ ਅਸੀਂ ਕਰੀਏ ਨਰਸਿਸ ਦੀ ਜਿਨ੍ਹਾਂ ਨੇ ਵਾਈਟਲ ਜਿਹੜਾ ਰੋਲ ਪਲੇ ਕੀਤਾ ਸੀਗਾ ਪੈਂਡੈਮਿਕ ਦੇ ਵਿੱਚ ਐਜ਼ ਅ ਫਰੰਟ ਲਾਈਨ ਵਰਕਰ ਤੇ ਤੁਸੀਂ ਕੀ ਦੇਖਦੇ ਹੋ ਕਿ ਉਹਨਾਂ ਦਾ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ ਕਿੱਥੋਂ ਤੱਕ ਜਿਹੜਾ ਯੋਗਦਾਨ ਤੇ ਉਹਨਾਂ ਨੂੰ ਕਿਵੇਂ ਟ੍ਰੀਟ ਕੀਤਾ ਜਾਊਗਾ ਦੇਖੋ ਨਰਸਿੰਗ ਨੂੰ ਹਰ ਇੱਕ ਸਟੇਟ ਨੇ ਆਪਣੀ ਲਿਸਟ ਵਿੱਚ ਇੰਕਲੂਡ ਕੀਤਾ ਜੀ ਵਿਕਟੋਰੀਆ ਲਈ ਅਸੀਂ ਸਰਪ੍ਰਾਈਜ਼ ਆ ਵੀ ਉਹਨਾਂ ਨੇ ਜਿਹੜੀ ਆਪਣਾ 10-15 ਦੀਆਂ ਲਿਸਟਾਂ ਆਕੂਪੇਸ਼ਨਾਂ ਦੇ ਵਿੱਚੋਂ ਸਿਰਫ 5-6 ਹੀ ਚੂਜ਼ ਕੀਤੀਆਂ ਨੇ ਜਿਨ੍ਹਾਂ ਨੂੰ ਉਹ ਦੇ ਰਹੇ ਨੇ ਵੈਰੀ ਸਟ੍ਰੇਂਜ ਵੀ ਕਿਉਂ ਬਾਕੀਆਂ ਨੂੰ ਕਿਉਂ ਛੱਡਿਆ ਗਿਆ ਜੀ ਹਜੇ ਤੱਕ ਕਿਉਂਕਿ ਉਹ ਪਿਕ ਐਂਡ ਚੂਜ਼ ਦਾ ਵੈਸੇ ਵੀ ਉਹ ਕਰ ਹੀ ਰਹੇ ਨੇ ਤਾਂ ਬਾਕੀਆਂ ਨੂੰ ਛੱਡਣ ਦਾ ਕੋਈ ਰੀਜ਼ਨ ਨਹੀਂ ਸਮਝ ਆ ਰਿਹਾ ਬਟ ਖਾਸ ਕਰਕੇ ਰਜਿਸਟਰ ਨਰਸ ਦਾ ਫਿਊਚਰ ਬਹੁਤ ਬ੍ਰਾਈਟ ਹੈ ਜੀ ਤਾਂ ਜੇ ਤੁਸੀਂ ਕਰ ਰਹੇ ਹੋ ਤਾਂ ਵਿਕਟੋਰੀਆ ਤੋਂ ਘਬਰਾਓ ਨਾ ਜਿਵੇਂ ਪਹਿਲਾਂ ਵੀ ਦੱਸਿਆ ਇਹ ਲਿਸਟ ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਜਿਹੀ ਐਕਸਪੈਂਡ ਹੋ ਜੂਗੀ ਤੇ ਨਰਸ ਰਜਿਸਟਰ ਨਰਸ NEC ਨੂੰ ਇਹ ਇੰਕਲੂਡ ਕਰਨਗੇ ਜੀ ਤੇ ਇਸ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੁਝ ਜਿਹੜੇ ਆਕੂਪੇਸ਼ਨਸ ਆ ਜਿਨ੍ਹਾਂ ਨੂੰ ਨੈਗਲੈਕਟ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੋਈ ਹੋਰ ਜਿਹੜੇ ਆਕੂਪੇਸ਼ਨਸ ਹੈ ਤੁਹਾਨੂੰ ਮੇਰੇ ਨਾਲ ਬਹੁਤ ਜ਼ਿਆਦਾ ਨੂੰ ਨੈਗਲੈਕਟ ਕੀਤਾ ਜਾ ਰਿਹਾ ਜੀ ਇਹਨਾਂ ਨੇ ਇੱਕ ਆਪਣੀ ਲਿਸਟ ਬਣਾ ਲਈ ਮਕੈਨੀਕਲ ਇੰਜੀਨੀਅਰ ਪਾਤਾ ਜੀ ਸਿਵਲ ਇੰਜੀਨੀਅਰ ਕੱਢ ਰੱਖਿਆ ਜੀ ਅਕਾਊਂਟੈਂਟਸ ਨੂੰ ਕਿਤੇ ਵੀ ਨਹੀਂ ਸਾਥ ਦਿੱਤਾ ਜੀ ਸੌਫਟਵੇਅਰ ਇੰਜੀਨੀਅਰ ਪਾਤਾ ਜੀ ਆਪਣਾ ਡਿਵੈਲਪਰ ਪ੍ਰੋਗਰਾਮਰ ਨਹੀਂ ਹੈਗਾ ਜੀ ਵਿੱਚੋਂ ਦੀ ਤਾਂ ਰੀਅਲੀ ਕੋਈ ਇਹਨਾਂ ਦੀ ਜਿਹੜੀ PMSOL ਖਾਸ ਕਰਕੇ ਲਿਸਟ ਆਈ ਆ ਉਹਦੀ ਕੋਈ ਸੈਂਸ ਨਹੀਂ ਬਣ ਰਹੀ ਵੀ ਕਿਹਦੇ ਹਿਸਾਬ ਨਾਲ ਐਲੋਕੇਟ ਕਰ ਰਹੇ ਨੇ ਜੀ ਵੀ ਕਿਹਦੀ ਲੋੜ ਹੈ ਕਿਹਦੀ ਨਹੀਂ ਲੋੜ ਜੀ ਸੌਰੀ ਅਜੇ ਜੀ ਤੁਸੀਂ ਦੱਸਿਆ ਸੀ ਅਕਾਊਂਟਿੰਗ ਤੇ ਸਾਨੂੰ ਨਾਲ ਹੀ ਇੱਕ ਜੀਵਿਕਾ ਸ਼ਰਮਾ ਜੀ ਨੇ ਸਾਡੇ ਆਡੀਅנס ਨੇ ਸਾਨੂੰ ਕਮੈਂਟ ਭੇਜਿਆ ਆ ਅਕਾਊਂਟਿੰਗ ਦੇ ਬਾਰੇ ਉਹਨਾਂ ਨੇ ਪੁੱਛਿਆ ਆ ਕਿ ਅਕਾਊਂਟਿੰਗ ਦਾ ਕੀ ਫਿਊਚਰ ਆ ਜੀਵਿਕਾ ਜੀ ਹਜੇ ਤੱਕ ਦੇਖੋ ਅਕਾਊਂਟਿੰਗ ਨੂੰ ਕਿਸੇ ਵੀ ਲਿਸਟ ਵਿੱਚ ਸ਼ਾਮਲ ਸਿਰਫ ਇਹ ਆਪਣਾ MLT SSL ਦੇ ਵਿੱਚ ਹੈਗੇ ਨੇ ਜੀ ਤਾਂ 189 ਲਈ ਤਾਂ ਐਲੀਜੀਬਲ ਹੈਗੇ ਹੋ ਤੁਸੀਂ ਜੇ ਤੁਹਾਡੇ ਪੁਆਇੰਟ ਚੰਗੇ ਨੇ ਬਟ ਹਜੇ ਇਨਵਾਈਟ ਨਹੀਂ ਕੀਤਾ ਜਾ ਰਿਹਾ ਜੀ ਤਾਂ ਜੇ ਅਕਾਊਂਟਿੰਗ ਤੁਹਾਡੇ 100 ਪੁਆਇੰਟ ਨਹੀਂ ਹੈਗੇ ਤਾਂ ਤੁਸੀਂ ਡੈਫੀਨਿਟਲੀ ਆਪਣੇ ਇੱਕ ਡਿਫਰੈਂਟ ਆਕੂਪੇਸ਼ਨ ਚੂਜ਼ ਕਰਨ ਬਾਰੇ ਸੋਚੋ ਜੀ ਤੇ ਨਹੀਂ ਤਾਂ ਜੇ ਆਪਣੇ 100 ਪੁਆਇੰਟ ਹੈਗੇ ਨੇ ਤਾਂ ਜੁਲਾਈ ਤੋਂ ਬਾਅਦ ਦੀ ਵੇਟ ਕਰੋ ਕਿਉਂਕਿ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਹਜੇ ਐਲੋਕੇਸ਼ਨਾਂ ਘੱਟ ਨੇ ਤੇ ਕਰੋਨਾ ਦਾ ਕਹਿਰ ਹੈ ਜੀ ਤਾਂ ਸਿਰਫ ਇਹ ਮੈਡੀਕਲ ਪ੍ਰੋਫੈਸ਼ਨ ਦੇ ਕੁਝ ਚੁਣਿੰਦੇ ਪ੍ਰੋਫੈਸ਼ਨ ਜਿਹੜੇ ਕਿ ਇਹਨਾਂ ਨੇ ਆਪ ਚੂਜ਼ ਕੀਤੇ ਨੇ ਉਹਨਾਂ ਨੂੰ ਹੀ ਪ੍ਰਮੋਟ ਕਰ ਰਹੇ ਨੇ ਉਹਨਾਂ ਨੂੰ ਹੀ ਐਲੋਕੇਟ ਕਰ ਰਹੇ ਨੇ ਜੀ ਤੇ ਥੋੜੇ ਜਿਹੇ ਹੋਰ ਕਮੈਂਟ ਵੱਲ ਚੱਲਦੇ ਹਾਂ ਜੀ ਨੇਕ ਕਾਲੋ ਜੀ ਕਹਿ ਰਹੇ ਨੇ ਸਵਾਤੀ ਮੈਮ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਥੈਂਕ ਯੂ ਸੋ ਮਚ ਨੇਕ ਜੀ ਮੈਨੂੰ ਤੁਹਾਡਾ ਜਿਹੜਾ ਕਮੈਂਟ ਆ ਬਹੁਤ ਵਧੀਆ ਲੱਗਿਆ ਤੇ ਇਹ ਮੇਰਾ ਕੰਮ ਹੈ ਜੀ ਜਿਹੜੀ ਆਡੀਅנס ਆ ਵਧੀਆ ਜਿਹੜੇ ਟੌਪਿਕਸ ਹੁੰਦੇ ਆ ਸਪੈਸ਼ਲੀ ਜਿਹੜੇ ਬਾਂਸਲ ਇਮੀਗ੍ਰੇਸ਼ਨ ਤੋਂ ਜਿਹੜੇ ਆਉਂਦੇ ਨੇ ਅਜੇ ਬਾਂਸਲ ਜੀ ਤੇ ਅਰੁਣ ਬਾਂਸਲ ਜੀ ਹਮੇਸ਼ਾ ਜਿਹੜਾ ਉਹਨਾਂ ਦਾ ਮੇਨ ਮੋਟਿਵ ਹੁੰਦਾ ਆ ਅਵੇਅਰਨੈਸ ਰਿਗਾਰਡਿੰਗ ਸਟੂਡੈਂਟ ਵੀਜ਼ਾ ਤੇ ਜਿਨ੍ਹਾਂ ਨੇ PR ਦੇ ਜਿਹੜੇ ਪਾਥਵੇ ਤੇ ਜਿਹੜੇ ਜਾ ਰਹੇ ਹੁੰਦੇ ਉਹਨਾਂ ਨੂੰ ਜਿਹੜਾ ਅਵੇਅਰ ਕਰਨਾ ਸੋ ਮੇਰਾ ਕੰਮ ਹੈ ਉਹ ਜਿਹੜੀ ਇਨਫੋਰਮੇਸ਼ਨ ਆ ਉਹਨਾਂ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣਾ ਥੈਂਕ ਯੂ ਸੋ ਮਚ ਇੱਕ ਵਾਰੀ ਫਿਰ ਤੋਂ ਨੇਕ ਕਾਲੋ ਜੀ ਤੇ ਖੁਰਮ ਅਬਾਸ ਜੀ ਕਹਿ ਰਹੇ ਨੇ ਗੁੱਡ ਜੌਬ ਡੀਅਰ ਬ੍ਰੋ ਅਜੇ ਬਾਂਸਲ ਜੀ ਐਂਡ ਮੈਮ ਸਵਾਤੀ ਜੀ ਥੈਂਕ ਯੂ ਜੀ ਖੁਰਮ ਜੀ ਤੇ ਇਸ ਦੇ ਨਾਲ ਹੀ ਬੱਬਲ ਥੈਨਾ ਜੀ ਸਾਡੇ ਡਾਇਰੈਕਟਰ ਕਹਿ ਲਓ ਤੇ ਉਹ ਵੀ ਕਹਿ ਰਹੇ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਰਹੇ ਹੋ ਥੈਂਕਸ ਬਾਂਸਲ ਇਮੀਗ੍ਰੇਸ਼ਨ ਥੈਂਕ ਯੂ ਬਾਂਸਲ ਜੀ ਤੁਹਾਡਾ ਬਹੁਤ ਇੱਕ ਵਾਰ ਉਹਨਾਂ ਦੇ ਬਿਹਾਫ ਤੋਂ ਮੈਂ ਆਪਣੇ ਬਿਹਾਫ ਤੇ ਵੀ ਕਹਿ ਦਿੰਦੀ ਹਾਂ ਸੀਰੀਅਸਲੀ ਥੈਂਕ ਯੂ ਅ ਲੋਟ ਤੇ ਸੁਖਬੀਰ ਸਿੰਘ ਜੀ ਕਹਿ ਰਹੇ ਨੇ ਗੁੱਡ ਥੈਂਕ ਯੂ ਸੁਖਬੀਰ ਜੀ
ਤੇ ਜੀ ਹਾਂ ਅਜੇ ਜੀ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਜਿਹੜੀ ਹੋਰ ਅਪਡੇਟ ਆ ਇਮੀਗ੍ਰੇਸ਼ਨ ਨੂੰ ਲੈ ਕੇ ਜੇ ਤੁਸੀਂ ਆਡੀਅנס ਦੇ ਨਾਲ ਸਾਂਝੀ ਕਰਨਾ ਚਾਹੋ ਤਾਂ ਜੀ ਬਸ ਇਹੀ ਹੈ ਜੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਜੀ। ਪਹਿਲੀ ਗੱਲ ਤਾਂ ਇੰਟਰਨੈਸ਼ਨਲ ਬਾਰਡਰ ਦੇ ਬਾਰੇ ਗੱਲਾਂ ਸ਼ੁਰੂ ਹੋ ਚੁੱਕੀਆਂ ਨੇ ਜੀ ਵੀ ਜੇ ਵੈਕਸੀਨੇਸ਼ਨ ਆ ਜਾਂਦੀ ਹੈ ਜੀ ਤੇ ਤੁਸੀਂ ਵੈਕਸੀਨੇਸ਼ਨ ਸਰਟੀਫਿਕੇਟ ਦੇਣ ਤੋਂ ਬਾਅਦ ਇਹ ਕੰਸੀਡਰ ਕਰ ਰਹੇ ਨੇ ਕਿ ਟਰੈਵਲ ਖੋਲ ਦਿੱਤਾ ਜਾਵੇ। ਇਟਸ ਅ ਵੈਰੀ ਗੁੱਡ ਨਿਊਜ਼ ਫॉर ਆਈ ਥਿੰਕ ਸਾਰੇ ਆਪਣੇ ਭੈਣ ਭਰਾਵਾਂ ਲਈ। ਤੇ ਐਲੋਕੇਸ਼ਨ ਆ ਚੁੱਕੀਆਂ ਨੇ ਜੀ ਜਿਨ੍ਹਾਂ ਬਾਰੇ ਆਪਾਂ ਡਿਟੇਲ 'ਚ ਡਿਸਕਸ਼ਨ ਕੀਤੀਆਂ। ਸਟੇਟਸ ਓਪਨ ਅਪ ਹੋ ਰਹੀਆਂ ਨੇ ਜੀ। ਟ੍ਰੇਡਸ ਲਈ ਥੋੜੀ ਡਿਸਅਪਾਇੰਟਮੈਂਟ ਹੈ ਦੋਸਤੋ, ਪਰ ਘਬਰਾਉਣ ਦੀ ਲੋੜ ਨਹੀਂ। ਜਿੱਥੇ ਹੁਣ ਆਪਾਂ ਇੰਨਾ 1 ਸਾਲ ਕੱਢ ਲਿਆ ਕਰੋਨਾ ਦੇ ਵਿੱਚ 6 ਮਹੀਨੇ ਹੋਰ ਰੱਖੋ। ਜਦੋਂ ਹੀ ਕਰੋਨਾ ਸਪਰੈਸ ਹੁੰਦਾ ਤੇ ਆਪਣੇ ਜਿਹੜੇ ਪਲੈਨਿੰਗ ਲੈਵਲਸ ਨੇ ਦੁਬਾਰਾ ਤੋਂ ਸੇਮ ਲੈਵਲ ਤੇ ਆ ਜਿਹੜੇ ਪਹਿਲਾਂ ਵਾਲੇ, ਤਾਂ ਪਹਿਲਾਂ ਵਾਂਗੂ ਹੀ ਟ੍ਰੇਡ ਕੋਰਸ ਅਕਾਊਂਟਿੰਗ ਤੇ ਸਾਰੇ ਨੂੰ ਆਪਣੀ PR ਉਵੇਂ ਹੀ ਮਿਲਣੀ ਸ਼ੁਰੂ ਹੋ ਜੂਗੀ। ਸਿਰਫ ਆਪਣਾ ਕੁਝ ਸਮੇਂ ਦੀ ਗੱਲ ਹੈ ਜੀ। ਤੇ ਬਾਕੀ ਹੋਰ ਜੇ ਕੋਈ ਜਾਣਕਾਰੀ ਚਾਹੁੰਦੀ ਹੈ ਤਾਂ ਅਸੀਂ ਸਾਡਾ ਅਵੇਲੇਬਲ ਆ ਜੀ ਤੁਹਾਡੀ ਸੇਵਾ ਦੇ ਵਿੱਚ। ਤੇ ਹੁਣ ਅਸੀਂ ਇੱਕ ਅਪਾਇੰਟਮੈਂਟ ਸਿਸਟਮ ਵੀ ਸ਼ੁਰੂ ਕੀਤਾ ਜੀ, ਤਾਂ ਤੁਸੀਂ ਸਾਡੀ ਵੈਬਸਾਈਟ ਜਾ ਕੇ ਆਪਣੀ ਫੋਨ ਅਪਾਇੰਟਮੈਂਟ ਜਾਂ ਇਨ ਪਰਸਨ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਕਿਉਂਕਿ ਪਹਿਲਾਂ ਸਾਡੇ ਨਾਲ ਕੀ ਹੁੰਦਾ ਸੀਗਾ ਜੀ, ਇੱਕੋ ਟਾਈਮ ਤੇ ਇਕੱਠੇ ਬੰਦੇ ਆ ਜਾਂਦੇ ਸੀ ਤਾਂ ਕੁਝ ਕੁ ਲੋਕਾਂ ਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈਂਦੀ ਸੀ। ਤਾਂ ਅਸੀਂ ਉਸ ਚੀਜ਼ ਨੂੰ ਥੋੜਾ ਸਟ੍ਰੀਮਲਾਈਨ ਕਰਨ ਦੇ ਲਈ ਇੱਕ ਪ੍ਰੋਪਰ ਅਪਾਇੰਟਮੈਂਟ ਸਿਸਟਮ ਬਣਾ ਦਿੱਤਾ ਜੀ। ਤੁਸੀਂ ਆਪਣੀ ਸਾਡੀ ਵੈਬਸਾਈਟ ਤੇ ਜਾਓ, ਆਪਣੀ ਡਿਟੇਲਾਂ ਭਰੋ, ਆਪਣੀ ਇਨਕੁਆਇਰੀ ਲਿਖੋ ਤੇ ਅਸੀਂ ਤੁਹਾਨੂੰ ਤੁਸੀਂ ਫੋਨ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ ਤੇ ਇਨ ਪਰਸਨ ਵੀ ਬੁੱਕ ਕਰਾ ਸਕਦੇ ਹੋ। ਤੇ ਅਸੀਂ ਤੁਹਾਨੂੰ ਉਸੇ ਟਾਈਮ ਦੇ ਹਿਸਾਬ ਨਾਲ ਅਸੀਂ ਬੁਲਾਵਾਂਗੇ ਤੇ ਤੁਹਾਨੂੰ ਫੋਨ ਕਰਾਂਗੇ ਤਾਂ ਕਿ ਤੁਹਾਨੂੰ ਆਪਣਾ ਕੀਮਤੀ ਸਮਾਂ ਵੇਟ ਕਰਨ ਦੇ ਵਿੱਚ ਖਰਾਬ ਨਾ ਕਰਨਾ ਪਵੇ ਜੀ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਅਜੇ ਜੀ, ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਵਿਜੇ ਜੀ, ਤੁਸੀਂ ਆਏ ਸਾਡੇ ਸਟੂਡੀਓ ਤੇ ਸਾਨੂੰ ਜਿਹੜੀ ਇਨਫੋਰਮੇਸ਼ਨ ਆ ਐਡੀਲੇਡ ਦੇ ਜਿਹੜਾ ਬਾਂਸਲ ਇਮੀਗ੍ਰੇਸ਼ਨ ਆਫਿਸ ਆ ਉਹਦੇ ਬਾਰੇ ਸਾਡੀ ਆਡੀਅנס ਨੂੰ ਦਿੱਤੀ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਉਮੀਦ ਕਰਦੀ ਹਾਂ ਕਿ ਅੱਗੇ ਵੀ ਤੁਸੀਂ ਜੇ ਆਓਗੇ ਤੇ ਇਨਫੋਰਮੇਸ਼ਨ ਜਿਹੜੀ ਆ ਹੋਰ ਵੀ ਆ ਐਡੀਲੇਡ ਦੇ ਜਿਹੜੀ ਵੀ ਆ ਰਿਲੇਟਡ ਸਾਡੇ ਜਿਹੜੀ ਆਡੀਅנס ਤੱਕ ਜ਼ਰੂਰ ਪਹੁੰਚਾਓਗੇ। ਇੱਕ ਵਾਰ ਫਿਰ ਤੋਂ ਧੰਨਵਾਦ ਤੇ ਧੰਨਵਾਦ ਸਾਡੀ ਆਡੀਅנס ਦਾ ਬਹੁਤ ਬਹੁਤ ਸਾਡਾ ਪ੍ਰੋਗਰਾਮ ਜਿਹੜਾ ਆ ਦੇਖਣ ਵਾਸਤੇ। ਤੇ ਉਮੀਦ ਕਰਦੀ ਹਾਂ ਕਿ ਤੁਸੀਂ ਐਵੇਂ ਹੀ ਸਾਰੇ ਠੀਕ ਠਾਕ ਰਹੋਗੇ ਤੇ ਸਾਡਾ ਐਵੇਂ ਹੀ ਪ੍ਰੋਗਰਾਮ ਦੇਖਦੇ ਰਹੋਗੇ। ਧੰਨਵਾਦ ਜੀ। ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਜੋ ਕਿ ਤੁਹਾਨੂੰ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੀ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਿਵੇਂ ਕਿ ਸਟੂਡੈਂਟ ਵੀਜ਼ਾ ਐਪਲੀਕੇਸ਼ਨ, ਸਟੂਡੈਂਟ ਵੀਜ਼ਾ ਐਕਸਟੈਂਸ਼ਨ, GNC, ਫੈਮਿਲੀ ਵੀਜ਼ਾ, ਬਿਜ਼ਨਸ ਵੀਜ਼ਾ, EMPLOYMENT ਸਪਾਂਸਰ ਵੀਜ਼ਾ ਅਤੇ ਨਾਲ ਦੀ ਨਾਲ ਜੇਕਰ ਤੁਸੀਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕੈਨੇਡਾ ਵਿੱਚ ਮਾਈਗ੍ਰੇਟ ਹੋਣਾ ਚਾਹੁੰਦੇ ਹੋ ਤੇ ਬਾਂਸਲ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਕਾਲ ਕਰੋ 039 602 1330. They are expert in MRT, AAT cases. ਸਤਿ ਸ਼੍ਰੀ ਅਕਾਲ ਜੀ, ਮੈਂ ਨਰਵੈਰ ਸਿੰਘ ਕੰਦੋਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਬਲਜਿੰਦਰ ਕੰਦੋਲਾ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅਸੀਂ ਪਿਛਲੇ 5 ਸਾਲ ਤੋਂ ਤੁਹਾਡੇ ਸਭ ਦੇ ਪਿਆਰ ਦੇ ਸਦਕਾ ਪੰਜਾਬ ਸਟਰੀਟ ਸਪਰਿੰਗਵੈਲ ਰਨ ਕਰ ਰਹੇ ਹਾਂ, ਜਿਸ ਦਾ ਐਡਰੈਸ ਸ਼ੌਪ 1 3082 ਸਪਰਿੰਗਵੇਲ ਰੋਡ, ਸਪਰਿੰਗਵੈਲ ਨੀਅਰ ਸਪਰਿੰਗਵੈਲ ਸੇਵ ਆ। ਤੇ ਹੁਣ ਅਸੀਂ ਤੁਹਾਡੇ ਸਾਰਿਆਂ ਦੀ ਭਾਰੀ ਮੰਗ ਤੇ ਅਸੀਂ ਲੈ ਕੇ ਆਏ ਹਾਂ ਪੰਜਾਬ ਸਟਰੀਟ ਇਨ ਕ੍ਰੇਨਬਰਨ ਨਾਰਥ, ਜਿਸ ਦਾ ਐਡਰੈਸ ਨੰਬਰ 9 ਲਿੰਡਨ ਟਰੀ ਵੇ, ਕ੍ਰੇਨਬਰਨ ਨਾਰਥ। ਸਾਡੇ ਕੋਲ ਬਹੁਤ ਹੀ ਅੱਛੀ ਡਾਈਨ ਇਨ ਫੈਸਿਲਿਟੀ ਹੈ, ਤੁਸੀਂ ਡਾਈਨ ਇਨ ਕਰ ਸਕਦੇ ਹੋ। ਅਸੀਂ ਤੁਹਾਡਾ ਮਨਪਸੰਦ ਫੂਡ ਤੁਹਾਡੇ ਤੱਕ ਡਿਲੀਵਰ ਕਰ ਸਕਦੇ ਹਾਂ ਜੇ ਤੁਸੀਂ ਚਾਹੁੰਦੇ ਹੋ। ਪਲੀਜ਼ ਵਿਜ਼ਿਟ ਆਵਰ ਵੈਬਸਾਈਟ ਔਨ www.punjabstreet.com.au ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 5933818181। ਤੁਹਾਨੂੰ ਕੋਈ ਕੈਟਰਿੰਗ ਵਗੈਰਾ ਦੀ ਫੈਸਿਲਿਟੀ ਚਾਹੀਦੀ ਆ, ਅਸੀਂ ਉਹ ਵੀ ਸਾਡੇ ਕੋਲ ਅਵੇਲੇਬਲ ਹੈ, ਜਿਹਦੇ ਵਿੱਚ ਅਸੀਂ ਇਨ ਹਾਊਸ ਤੁਹਾਡੇ ਜਾ ਕੇ ਕੈਟਰਿੰਗ ਪ੍ਰੋਵਾਈਡ ਕਰ ਸਕਦੇ ਹਾਂ ਤੇ ਅਸੀਂ ਸਾਰਾ ਮਟੀਰੀਅਲ ਆਪ ਕੁੱਕ ਕਰਦੇ ਹਾਂ। ਕੁਛ ਵੀ ਇੱਦਾਂ ਦਾ ਨਹੀਂ ਜਿਹੜਾ ਕਿ ਅਸੀਂ ਫਰੋਜ਼ਨ ਯੂਜ਼ ਕਰਦੇ ਹਾਂ। ਜੇ ਤੁਸੀਂ ਮਿਸ ਕਰ ਰਹੇ ਹੋ ਉਹੀ ਇੰਡੀਆ ਵਾਲੀਆਂ ਚਾਟ ਤੇ ਸਟਰੀਟ 버ਗਰ, ਤਾਂ ਸਾਡੇ ਕੋਲ ਉਹ ਸਾਰੇ ਅਵੇਲੇਬਲ ਹੈ, ਜਿਵੇਂ ਕਿ ਗੋਲ ਗੱਪੇ, ਦਹੀਂ ਭੱਲੇ, ਪਾਪੜੀ ਚਾਟ ਜਾਂ ਉਹੀ ਨਿਊਡਲ 버ਗਰ, ਪਨੀਰ 버ਗਰ, ਆਲੂ ਟਿੱਕੀ 버ਗਰ ਤੇ ਕਰੀਮ 버ਗਰ। ਸਾਡੇ ਕੋਲ ਥਾਲੀ ਦੀ ਸਰਵਿਸ ਹੈ, ਜਿਹਦੇ ਵਿੱਚ ਅਸੀਂ ਹੋਮ ਸਟਾਈਲ ਹੀ ਸਬਜ਼ੀਆਂ ਪ੍ਰੋਵਾਈਡ ਕਰਦੇ ਨੇ, ਜਿਹਦੇ ਵਿੱਚ ਤੁਹਾਨੂੰ 2 ਕਰੀ ਰਾਈਸ ਤੇ ਰੋਟੀ ਪ੍ਰੋਵਾਈਡ ਕਰਾਂਗੇ। ਤੇ ਉਹਦੇ ਵਿੱਚ ਇਹ ਹੈ ਕਿ ਉਹਦਾ ਕੋਈ ਜ਼ਿਆਦਾ ਕਾਸਟ ਨਹੀਂ ਹੈਗੀ। ਆਪਾਂ ਹਮੇਸ਼ਾ ਕ੍ਰੇਵਿੰਗ ਕਰਦੇ ਹਾਂ ਕਿ ਸਾਨੂੰ ਸਟਰੀਟ ਫੂਡ ਚਾਹੀਦਾ ਆ। ਅਸੀਂ ਬਿਲਕੁਲ ਸਾਡੇ 버ਗਰਸ ਦਾ ਟੇਸਟ ਇੱਕਦਮ ਸਟਰੀਟ ਸਟਾਈਲ, ਇੰਡੀਅਨ ਸਟਾਈਲ ਹੈ ਜੀ। ਇੱਕ ਵਾਰੀ ਆ ਕੇ ਟਰਾਈ ਕਰੋ, ਤੁਸੀਂ ਮਿਸ ਨਹੀਂ ਕਰੋਗੇ ਇੰਡੀਆ ਨੂੰ, ਇਹ ਸਾਡਾ ਪ੍ਰੋਮਿਸ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।